और उन्होंने नाल जगदीश राणा जिला प्रधान बसपा और डॉक्टर केसर लाल जी प्रधान जलंधर कैंट, रूपलाल नंबरदार जी, मास्टर चमन लाल जी, सतीश अलादीनपुर साबका जनरल सैकटरी कैंट ਅਤੇ अवतार सिंह जी और साढ़े बहुत ही सत्कारयोग जरनैल नंगल जी। जरनैल नंगल ਜਿਹੜੇ 6-7 साल तो पोस्ट मैट्रिक स्कॉलरशिप से बड़ा संघर्ष कर रहे हैं, ਜਿਹੜੇ ਸਾਡੇ ਬੱਚੇ ਕਾਲਜਾਂ ਦੇ ਵਿੱਚ ਪੜ੍ਹਦੇ ਨੇ, ਜਿਨ੍ਹਾਂ ਦੀ ਜੋ ਫੀਸ ਆ ਬਾਬਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਉਹਦੇ ਮੁਤਾਬਕ ਜੋ ਕਾਲਜਾਂ ਦੇ ਵਿੱਚ ਸਾਡੀਆਂ ਫੀਸਾਂ ਨਹੀਂ ਲੱਗਣੀਆਂ ਚਾਹੀਦੀਆਂ, ਉਹਦੇ ਉੱਤੇ ਇਹ 6-7 ਸਾਲ ਤੋਂ ਬੜਾ ਸੰਘਰਸ਼ ਕਰ ਰਹੇ ਨੇ। ਔਰ ਉਹਨਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਜੋ ਸ਼ੇਰਗਿੱਲ ਬਲਾਕ ਸੰਮਤੀ ਮੈਂਬਰ ਨੇ, ਉਹ ਵੀ ਪਹੁੰਚੇ ਨੇ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਕਿ ਸਰਦਾਰ ਰਜਿੰਦਰ ਸਿੰਘ ਰੀਹਲ ਜੀ ਜੋ ਸਟੇਟ ਇੰਚਾਰਜ ਨੇ ਬਹੁਜਨ ਸਮਾਜ ਪਾਰਟੀ ਦੇ, ਕਿਉਂਕਿ ਸਾਡੇ ਅਸੀਂ ਉਹਨਾਂ ਨੂੰ ਬੁਲਾਇਆ ਸੀ ਆਪਣੇ ਬਸਪਾ ਪੰਜਾਬ ਪ੍ਰਧਾਨ ਰਸ਼ਪਾਲ ਰਾਜੂ ਜੀ, ਉਹ ਬਹੁਤ ਹੀ ਰੁਝੇਵਿਆਂ ਕਰਕੇ ਉਹ ਸ਼ਾਇਦ ਨਾ ਆ ਸਕਣ, ਇਸ ਕਰਕੇ ਰਜਿੰਦਰ ਸਿੰਘ ਰੀਹਲ और मैं जरनैल नंगल जी ਨੂੰ ਬੇਨਤੀ ਕਰਦਾ ਕਿ ਪ੍ਰਬੰਧਕਾਂ ਨੂੰ ਉਹਨਾਂ ਦਾ ਸਨਮਾਨ, ਉਹਨਾਂ ਨੂੰ ਜੀ ਆਇਆਂ ਬੁਕੇ ਦੇ ਕੇ ਕੀਤਾ ਜਾਵੇ। ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਕਿ ਰਜਿੰਦਰ ਸਿੰਘ ਰੀਹਲ ਜੀ जिसको रोका है, आओ सबको मौका है, आओ सबको मौका है। धर्म वंश और लिंग का भेद नहीं है जय भीम, जय भीम, जय भीम। गूंगा पंडित पुरोहितों का भेद नहीं है जय भीम, भेद नहीं है जय भीम। बहुत ही सत्कारयोग नगर कोट कलां दे वीरों भैनों माताओं बुजुर्गों और मंच ते विराजमान सारी सत्कारयोग लीडरशिप और सारे प्रबंधक साथी, सब तो पहला सारिਆਂ ਨੂੰ जय भीम जय भारत। साथियों, ਅੱਜ ਆਪਾਂ उस महान रहबर ਦਾ पावन पवित्र जन्म दिहाड़ा मना रहे हैं, जिन्हां ने अपनी जिंदगी का एक एक श्वास जिहड़ा आ वो कौम दे लई निछावर कर दिता है। क्योंकि मेरे तो पहला भी बुलारे साथियों ने थोड़े नाल विचार साझे किए हैं, तो मेरे तो बाद भी बड़ी लंबी लिस्ट है साडे सत्कारयोग बुलारे साथी लीडर साहिबान जिन्हां ने अपने विचार थोड़े नाल साझे करने हैं। तो मैं ज़्यादा लंबियां गल्लां थोड़े नाल नहीं करनियां, लेकिन बाबा साहब डॉक्टर भीमराव अंबेडकर जी की जिंदगी दियां कुछ घटनावां थोड़े नाल साझियां जरूर करनियां। खुशी इस गल दी है कि अज इस प्रोग्राम दे विच साडियां भैणां दी गिणती जिहड़ी है वो तसल्ली बख्श है, इस गल दी खुशी है। बाबा साहब डॉक्टर भीमराव अंबेडकर जी 14 अप्रैल 1891 वो इतिहासक दिन है जिदन बाबा साहब डॉक्टर भीमराव अंबेडकर जी का जन्म होया। समाज के हालात जिहड़े आ उहदे बारे इतिहासकार बहुत कुछ लिखते हैं, जो समाज के हालात है उहदे बारे कलाकार बहुत कुछ गाउंदे हैं। लेकिन बाबा साहब डॉक्टर भीमराव अंबेडकर जी जिन्होंने आपां मनुखी अधिकारां दे नंबरदार, समुची मानवता दे मसीहा, विश्व रतन इदां दीयां उपाधियां दे के संबोधन करते हैं, उन्हां दा जिहड़ा जीवन है जदों आपां उहदे ते झात मारांगे तां बाबा साहब दी जिंदगी दा जदों इतिहास आपां फरोल के देखते हैं तां साडा सिर जिहड़ा आ उन्हां दे चरनां दे विच झुक जांदा है। बाबा साहब डॉक्टर अंबेडकर जी जिन्हां ने जात पात का कोड़ छुआछात का दैंत उन्हें अपने पिंडे ते हंडाया। बाबा साहब नूं बचपन तो ही
ਛੂਆਛਾਤ ਦੇ ਕੋਡ ਨੇ, ਜਾਤ ਪਾਤ ਦੇ ਦੈਂਤ ਨੇ ਡੰਗਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਉਹ ਪਹਿਲੀ ਸਕੂਲ ਦੀ ਉਹ ਘਟਨਾ ਮੈਂ ਜਿਹਦੇ ਨਾਲ ਤੁਹਾਡਾ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਜਦੋਂ ਸਕੂਲ ਵਿੱਚ ਗਏ, ਜਦੋਂ ਸਕੂਲ ਦੇ ਵਿੱਚ ਗਏ ਤਾਂ ਉਹਨਾਂ ਨੂੰ ਬਾਕੀ ਬੱਚਿਆਂ ਤੋਂ ਅਲੱਗ ਬਿਠਾਇਆ ਜਾਂਦਾ ਸੀ। ਬਾਕੀ ਬੱਚਿਆਂ ਦੇ ਨਾਲ ਨਹੀਂ ਸੀ ਬਿਠਾਇਆ ਜਾਂਦਾ, ਅਲੱਗ ਬਿਠਾਉਂਦੇ ਸੀ ਉਹਨਾਂ ਨੂੰ ਕਲਾਸਰੂਮ ਤੋਂ ਬਾਹਰ। ਇੱਕ ਵਾਰ ਕਹਿੰਦੇ ਮਾਸਟਰ ਆਇਆ ਕਲਾਸ ਦੇ ਵਿੱਚ ਔਰ ਉਹਨੇ ਆ ਕੇ ਬੱਚਿਆਂ ਨੂੰ ਸਵਾਲ ਕੀਤਾ, ਕਹਿੰਦੇ ਬੱਚਿਓ ਇਦਾਂ ਦੀ ਉਹ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਦੇਖ ਤਾਂ ਸਕਦੇ ਹਾਂ ਪਰ ਛੂ ਨਹੀਂ ਸਕਦੇ। ਬੱਚਿਆਂ ਨੇ ਜਵਾਬ ਦਿੱਤਾ ਕਿ ਮਾਸਟਰ ਜੀ ਉਹ ਸੂਰਜ ਹੈ, ਉਹਨੂੰ ਅਸੀਂ ਦੇਖ ਤਾਂ ਸਕਦੇ ਹਾਂ ਪਰ ਛੂ ਨਹੀਂ ਸਕਦੇ। ਮਾਸਟਰ ਬੜਾ ਖੁਸ਼ ਹੋਇਆ। ਜਦੋਂ ਮਾਸਟਰ ਕਲਾਸ ਚੋਂ ਜਾਣ ਲੱਗਾ ਤਾਂ ਬਾਬਾ ਸਾਹਿਬ ਉੱਠ ਕੇ ਖੜੇ ਹੋ ਗਏ। ਕਹਿੰਦੇ ਮਾਸਟਰ ਜੀ ਜਿਹੜਾ ਤੁਸੀਂ ਸਵਾਲ ਕੀਤਾ ਮੈਂ ਇਹਦਾ ਜਵਾਬ ਦੇਣਾ ਚਾਹੁੰਦਾ। ਤਾਂ ਮਾਸਟਰ ਨੇ ਕਿਹਾ ਕਿ ਭੀਮਾ ਦੱਸ। ਬਾਬਾ ਸਾਹਿਬ ਕਹਿੰਦੇ ਕਿ ਮਾਸਟਰ ਜੀ ਤੁਸੀਂ ਸਵਾਲ ਕੀਤਾ ਕਿ ਇਦਾਂ ਦੀ ਕਿਹੜੀ ਚੀਜ਼ ਹੈ ਜਿਹਨੂੰ ਅਸੀਂ ਦੇਖ ਤਾਂ ਸਕਦੇ ਹਾਂ ਪਰ ਛੂ ਨਹੀਂ ਸਕਦੇ। ਬੱਚਿਆਂ ਨੇ ਜਵਾਬ ਦਿੱਤਾ ਕਿ ਉਹ ਸੂਰਜ ਹੈ, ਉਹਨੂੰ ਅਸੀਂ ਦੇਖ ਤਾਂ ਸਕਦੇ ਹਾਂ ਪਰ ਛੂ ਨਹੀਂ ਸਕਦੇ। ਮੇਰਾ ਜਵਾਬ ਇਸ ਤੋਂ ਅਲੱਗ ਹੈ। ਕਹਿੰਦੇ ਕੀ ਹੈ? ਕਹਿੰਦੇ ਮਾਸਟਰ ਜੀ ਆ ਪਾਣੀ ਦਾ ਘੜਾ ਆ, ਮੈਂ ਇਹਨੂੰ ਦੇਖ ਤਾਂ ਸਕਦਾ ਪਰ ਛੂ ਨਹੀਂ ਸਕਦਾ। ਦੇਖੋ, ਕਿਉਂਕਿ ਬਾਬਾ ਸਾਹਿਬ ਨੂੰ ਉਸ ਘੜੇ ਦੇ ਵਿੱਚੋਂ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ। ਉਹ ਛੋਟਾ ਜਿਹਾ ਬੱਚਾ, ਉਸ ਵੇਲੇ ਉਹਦੇ ਦਿਮਾਗ ਦੇ ਵਿੱਚ ਕੀ ਚੱਲਦਾ ਹੋਏਗਾ। ਜਦੋਂ ਇਹ ਜਵਾਬ ਮਾਸਟਰ ਨੇ ਸੁਣਿਆ ਤਾਂ ਮਾਸਟਰ ਨੇ ਅਗਲਾ ਸਵਾਲ ਕੀਤਾ ਬਾਬਾ ਸਾਹਿਬ ਨੂੰ। ਕਹਿੰਦੇ ਭੀਮਾ ਤੂੰ ਪੜ੍ਹ ਕੇ ਕੀ ਲੈਣਾ? ਸਾਡੀ ਮਨੂ ਸਿਮਰਤੀ ਦੇ ਵਿੱਚ ਲਿਖਿਆ ਕਿ ਜੇ ਕੋਈ ਸ਼ੂਦਰਾਂ ਦਾ ਬੱਚਾ ਪੜ ਜਾਏ ਤਾਂ ਉਹਦੀਆਂ 7 ਕੁਲਾਂ ਨਰਕਾਂ ਨੂੰ ਚਲੀਆਂ ਜਾਂਦੀਆਂ। ਤਾਂ ਬਾਬਾ ਸਾਹਿਬ ਨੇ 1 ਮਿੰਟ ਸੋਚ ਕੇ ਜਵਾਬ ਦਿੱਤਾ। ਕਹਿੰਦੇ ਮਾਸਟਰ ਜੀ ਮੈਂ ਪੜ ਕੇ ਵਿਦਵਾਨ ਬਣਾਂਗਾ, ਆਪਣੇ ਸਮਾਜ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰਾਂਗਾ, ਪਰ ਮੈਂ ਤੁਹਾਡੇ ਨਾਲ ਇੱਕ ਵਾਅਦਾ ਜ਼ਰੂਰ ਕਰਦਾ ਕਿ ਜੇ ਮੈਂ ਪੜ ਗਿਆ, ਮੈਨੂੰ ਇਹ ਤਾਂ ਨਹੀਂ ਪਤਾ ਕਿ ਮੇਰੀਆਂ 7 ਕੁਲਾਂ ਨਰਕਾਂ ਨੂੰ ਚਲੀਆਂ ਜਾਣਗੀਆਂ, ਪਰ ਮੈਂ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਜ਼ਰੂਰ ਕਰਦਾ ਕਿ ਜੇ ਮੈਂ ਪੜ ਗਿਆ ਤਾਂ ਤੁਹਾਡੀ ਉਸ ਮਨੂ ਸਿਮਰਤੀ ਨੂੰ ਅੱਗ ਜ਼ਰੂਰ ਲਾਉਂਗਾ ਜਿਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਸਾਡੀਆਂ 7 ਕੁਲਾਂ ਨਰਕਾਂ ਨੂੰ ਚਲੀਆਂ ਜਾਣਗੀਆਂ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਇਹ ਉਸ ਮਹਾਨ ਰਹਿਬਰ ਦੀ ਜ਼ਿੰਦਗੀ ਦੀਆਂ ਕੋਟੇਸ਼ਨਾਂ ਆਪਾਂ ਤੁਹਾਨੂੰ ਦੱਸ ਰਹੇ ਹਾਂ, ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਲੇਕਿਨ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਹਾਂ, ਮੁਹੱਲਿਆਂ ਵਿੱਚ ਜਾਂਦੇ ਹਾਂ, ਲੋਕਾਂ ਦੇ ਨਾਲ ਗੱਲ ਕਰਦੇ ਹਾਂ, ਅੱਜ ਕੋਈ ਰਾਜਨੀਤਿਕ ਪਾਰਟੀ ਹੋਵੇ, ਚਾਹੇ ਕੋਈ ਕਿਸੇ ਸਮਾਜ ਦਾ ਹੋਵੇ, ਅੱਜ ਉਹਨਾਂ ਦੀ ਮਜਬੂਰੀ ਬਣ ਗਈ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਨਾਮ ਲੈਣਾ ਮਜਬੂਰੀ ਬਣ ਗਈ ਹੈ। ਲੇਕਿਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਕਿੰਨਾ ਸਮਝਿਆ, ਉਹਦੇ ਉੱਤੇ ਕਿੰਨਾ ਅਮਲ ਕੀਤਾ, ਇਸ ਗੱਲ ਦੇ ਉੱਤੇ ਆਪਾਂ ਵਿਚਾਰ ਨਾ ਕੀਤਾ। ਮੈਂ ਬਹੁਤ ਸਾਰੇ ਸਨਮਾਨ ਚਿੰਨ੍ਹ, ਕਈਆਂ ਸਾਡੇ ਜਿੰਨੇ ਵੀ ਪ੍ਰਬੰਧਕ ਹੁੰਦੇ ਕਈਆਂ ਨੇ ਸਨਮਾਨ ਚਿੰਨ੍ਹ ਬਣਾਏ, ਉਹਨਾਂ ਦੇ ਉੱਤੇ ਲਿਖਿਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਵੱਲੋਂ ਲਿਖਿਆ ਕਿ ਆ ਇਨਸਾਨ ਇਕੱਲਾ ਸੀ ਜਿਨੇ ਕਰੋੜਾਂ ਲੋਕਾਂ ਦੀ ਤਕਦੀਰ ਬਦਲ ਕੇ ਰੱਖ ਦਿੱਤੀ, ਪਰ ਅੱਜ ਅਸੀਂ ਕਰੋੜਾਂ ਲੋਕ ਇਕੱਠੇ ਹੋ ਕੇ ਵੀ ਇੱਕ ਇਨਸਾਨ ਦਾ ਸੁਪਨਾ ਨਹੀਂ ਆਪਾਂ ਪੂਰਾ ਕਰ ਸਕੇ। ਔਰ ਉਹਨਾਂ ਦਾ ਸੁਪਨਾ ਕੀ ਸੀ? ਬਾਬਾ ਸਾਹਿਬ ਨੇ ਜ਼ਿੰਦਗੀ ਦੇ ਵਿੱਚ ਤਸੀਹੇ ਬਹੁਤ ਝੱਲੇ। ਮੇਰੇ ਤੋਂ ਪਹਿਲਾਂ ਇੱਥੇ ਬੁਲਾਰੇ ਸਾਥੀ ਵਿਸਾਖੀ ਦੀ ਗੱਲ ਕਰਦੇ ਸੀ, ਖਾਲਸਾ ਪੰਥ ਦੀ ਗੱਲ ਕਰਦੇ ਸੀ। ਇਤਿਹਾਸਕ ਘਟਨਾ 13 ਅਪ੍ਰੈਲ 1699 ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਸਮੁੱਚੀ ਮਾਨਵਤਾ ਨੂੰ ਇੱਕ ਮਾਲਾ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ, ਊਚ ਨੀਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ 13 ਅਪ੍ਰੈਲ 1699 ਨੂੰ। ਔਰ ਇਤਿਹਾਸਕਾਰ ਇਹ ਗੱਲ ਦੱਸਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਉਹ ਸਰਬੰਸਦਾਨੀ ਹੋਏ ਹੈ। ਉਹਨਾਂ ਨੇ ਆਪਣੇ 4 ਪੁੱਤਰ ਇਸ ਸਮਾਜ ਲਈ, ਇਸ ਦੇਸ਼ ਲਈ, ਕੌਮ ਲਈ ਸ਼ਹੀਦ ਕਰ ਦਿੱਤੇ। ਲੇਕਿਨ ਜਿਸ ਮਹਾਨ ਰਹਿਬਰ ਦਾ
ਅੱਜ ਆਪਾਂ ਜਨਮ ਦਿਨ ਮਨਾ ਰਹੇ ਹਾਂ। ਇਹਨਾਂ ਦੇ ਵੀ 4 ਪੁੱਤਰ ਬਿਮਾਰੀ ਦੇ ਕਾਰਨ ਦਵਾਈ ਦੇ ਦੁੱਖੋਂ ਇਸ ਦੁਨੀਆ ਦੇ ਉੱਤੋਂ ਚਲੇ ਗਏ। ਇਹਨਾਂ ਦੀ ਧਰਮ ਪਤਨੀ ਮਾਤਾ ਰਾਮਾਬਾਈ ਅੰਬੇਡਕਰ, ਉਹ ਵੀ ਇਸ ਦੁਨੀਆ ਦੇ ਉੱਤੋਂ ਬਿਮਾਰੀ ਦੇ ਕਰਕੇ, ਇਲਾਜ ਨਾ ਹੋਣ ਕਰਕੇ ਇਸ ਦੁਨੀਆ ਦੇ ਉੱਤੋਂ ਚਲੇ ਗਏ। ਇਸ ਮਹਾਨ ਰਹਿਬਰ ਦੀ ਵੀ ਇਹ ਕਥਾ ਹੈ, ਇਸ ਮਹਾਨ ਰਹਿਬਰ ਦਾ ਵੀ ਇਹ ਇਤਿਹਾਸ ਹੈ। ਜੇ ਅੱਜ ਮੈਂ ਆਪਣੇ ਬੁਲੰਦ ਆਵਾਜ਼ ਵਿੱਚ ਗੱਲ ਕਰ ਰਿਹਾ, ਜੇ ਅੱਜ ਆਪਾਂ ਇਕੱਠੇ ਹੋ ਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਹਾਂ, ਜੇ ਅੱਜ ਸਾਡੀ ਭੈਣ ਦੇ ਸਿਰ ਤੇ ਚੁੰਨੀ ਹੈ, ਜੇ ਅੱਜ ਸਾਡੇ ਬਾਪ ਦੇ ਸਿਰ ਦੇ ਉੱਤੇ ਪੱਗ ਆ, ਤਾਂ ਕਿਸੇ ਦੇਵੀ ਦੇਵਤੇ ਜਾਂ ਰਾਜੇ ਰਾਣੇ ਦੀ ਦੇਣ ਨਹੀਂ ਹੈ। ਇਹ ਦੇਣ ਹੈ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਦੇਣ ਹੈ। ਇਹ ਦੇਣ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਹੈ। ਉਹਨਾਂ ਨੇ ਆਪਣਾ ਸਰਬੰਸ ਵਾਰ ਕੇ ਸਾਨੂੰ ਇਹ ਅਧਿਕਾਰ ਲੈ ਕੇ ਦਿੱਤੇ ਆ, ਅਧਿਕਾਰ ਲੈ ਕੇ ਦਿੱਤੇ ਆ। ਔਰ ਇਸ ਗੱਲ ਦਾ ਅਹਿਸਾਸ ਜਿਹੜਾ ਆ, ਇਸ ਗੱਲ ਦਾ ਅਹਿਸਾਸ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਵੀ ਹੋਇਆ। ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ 1980 ਦੇ ਵਿੱਚ ਜਦੋਂ ਭਾਸ਼ਣ ਦੇ ਰਹੀ ਸੀ, ਤਾਂ ਉਹਨੇ ਇਹ ਗੱਲ ਕਹੀ ਕਿ ਜੇ ਅੱਜ ਮੈਂ ਦੇਸ਼ ਦੀ ਪ੍ਰਧਾਨ ਮੰਤਰੀ ਆ ਤਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਕਰਕੇ ਆ, ਨਹੀਂ ਤਾਂ ਮੈਂ ਵੀ ਕਿਸੇ ਰਸੋਈ ਦੇ ਵਿੱਚ ਭਾਂਡੇ ਮਾਂਜਦੀ ਹੋਣਾ ਸੀ। ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇਹ ਸਟੇਟਮੈਂਟ ਹੈ 1980 ਦੀ। ਲੇਕਿਨ ਅੱਜ ਅਸੀਂ ਕੀ ਸੋਚ ਰਹੇ ਹਾਂ? ਅੱਜ ਕਿੱਥੇ ਚੱਲ ਰਹੀ ਹੈ ਸਾਡੀ ਕਹਾਣੀ? ਅੱਜ ਕਿੱਥੇ ਜਾ ਰਹੇ ਹਾਂ ਅਸੀਂ? ਅੱਜ ਕਿੰਨੇ ਕੁ ਅਸੀਂ ਅਵੇਅਰ ਹਾਂ ਕਿ ਬਾਬਾ ਸਾਹਿਬ ਨੇ ਸਾਨੂੰ, ਆਪਾਂ ਕਹਿੰਦੇ ਸੰਵਿਧਾਨ ਲੈ ਕੇ ਦੇ ਦਿੱਤਾ। ਸੰਵਿਧਾਨ, ਭਾਰਤ ਦਾ ਸੰਵਿਧਾਨ, ਸੰਵਿਧਾਨ ਸਾਡੇ ਲਈ ਉਹ ਇੱਕ ਇਦਾਂ ਦਾ ਉਹ ਹਥਿਆਰ ਹੈ ਜਿਹਦੇ ਨਾਲ ਅੱਜ ਸਾਡੇ ਵਿਹੜਿਆਂ ਦੇ ਵਿੱਚ ਥੋੜੀ ਬਹੁਤੀ ਚਹਿਲ ਪਹਿਲ ਆਈ, ਜਿਹਦੇ ਨਾਲ ਸਾਡੇ ਚਿਹਰਿਆਂ ਤੇ ਥੋੜੀ ਬਹੁਤੀ ਰੌਣਕ ਆਈ। ਉਸ ਸੰਵਿਧਾਨ ਨੂੰ ਅੱਜ ਅਸੀਂ ਕਿੰਨਾ ਕੁ ਸੁਰੱਖਿਅਤ ਰੱਖਣ ਦੇ ਲਈ ਅੱਜ ਅਸੀਂ ਤਿਆਰ ਹੋਏ ਹਾਂ। ਇਤਿਹਾਸ ਦੇ ਵਿੱਚ 2 ਘਟਨਾਵਾਂ ਹੋਈਆਂ, 2 ਘਟਨਾਵਾਂ। ਮੈਂ ਇੱਕ ਘਟਨਾ ਦਾ ਜ਼ਿਕਰ ਹਮੇਸ਼ਾ ਕਰਦਾ ਹੁੰਦਾ ਸੀ, ਅੱਜ ਦੂਸਰੀ ਘਟਨਾ ਦਾ ਜ਼ਿਕਰ ਪਹਿਲੀ ਵਾਰ ਕਿਸੇ ਸਟੇਜ ਤੇ ਕਰਨ ਲੱਗਾ। ਇੱਕ ਘਟਨਾ ਘਟੀ ਸੀ 1932 ਦੇ ਵਿੱਚ, ਜਦੋਂ ਪੂਨੇ ਦੀ ਜਰਵਦਾ ਜੇਲ੍ਹ ਦੇ ਵਿੱਚ ਕਾਂਗਰਸ ਦੇ ਉਸ ਆਗੂ ਮੋਹਨਦਾਸ ਕਰਮਚੰਦ ਗਾਂਧੀ ਨੇ ਮਰਨ ਵਰਤ ਰੱਖਿਆ ਸੀ। ਔਰ ਮਰਨ ਵਰਤ ਰੱਖਣ ਦਾ ਕਾਰਨ ਕੀ ਸੀ ਕਿ ਜਦੋਂ 17 ਅਗਸਤ 1932 ਨੂੰ ਕਿਊਮਨਲ ਅਵਾਰਡ ਦੇ ਨਾਮ ਦੇ ਉੱਤੇ ਸਾਨੂੰ ਅਧਿਕਾਰ ਮਿਲੇ ਸੀ, ਸਾਨੂੰ ਪਹਿਲੀ ਵਾਰ ਡਬਲ ਵੋਟ ਦਾ ਅਧਿਕਾਰ ਮਿਲਿਆ ਸੀ, ਸਾਨੂੰ ਪਹਿਲੀ ਵਾਰ ਜਿਹੜੇ ਇਨਸਾਨਾਂ ਵਾਲੇ ਹੱਕ ਮਿਲੇ ਸੀ, ਤਾਂ ਉਹਨਾਂ ਦੇ ਵਿਰੋਧ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਨੇ ਪੂਨੇ ਦੀ ਜਰਵਦਾ ਜੇਲ੍ਹ ਦੇ ਵਿੱਚ ਮਰਨ ਵਰਤ ਰੱਖ ਲਿਆ ਸੀ। ਉਹਨੇ ਕਿਹਾ ਸੀ ਕਿ ਜੇ ਇਹਨਾਂ ਲੋਕਾਂ ਨੂੰ ਇਹ ਅਧਿਕਾਰ ਮਿਲੇ ਤਾਂ ਮੈਂ ਮਰ ਜਾਣਾ। ਇਹ ਇਤਿਹਾਸ ਹੈ, ਕਿਉਂਕਿ ਬਹੁਤ ਸਾਰੀਆਂ ਸਟ੍ਰਾਈਕਾਂ, ਭੁੱਖ ਹੜਤਾਲ, ਮਰਨ ਵਰਤ, ਅਸੀਂ ਵੀ ਐਜੀਟੇਸ਼ਨਾਂ ਬਹੁਤ ਕਰ ਰਹੇ ਹਾਂ। ਮੈਂ ਵੀ ਕਈ ਵਾਰ ਭੁੱਖ ਹੜਤਾਲ ਕੀਤੀ ਹੈ, ਪਰ ਕਿਉਂ ਕੀਤੀ? ਇਸ ਕਰਕੇ ਕੀਤੀ ਕਿ ਮੇਰੇ ਸਮਾਜ ਨੂੰ ਇਸ ਚੀਜ਼ ਦੀ ਜ਼ਰੂਰਤ ਹੈ। ਜੇ ਧਰਨਾ ਲਗਾਇਆ ਤਾਂ ਇਸ ਕਰਕੇ ਲਗਾਇਆ ਕਿ ਸਾਡੇ ਅਧਿਕਾਰ ਆ, ਸਾਨੂੰ ਮਿਲਣੇ ਚਾਹੀਦੇ ਆ। ਲੇਕਿਨ ਉਹ ਇਤਿਹਾਸਕ ਘਟਨਾ, ਉਹ ਪਹਿਲੀ ਵਾਰ ਇਦਾਂ ਦਾ ਹੋਇਆ ਕਿ ਜੇ ਇਹਨਾਂ ਲੋਕਾਂ ਨੂੰ ਅਧਿਕਾਰ ਮਿਲੇ ਤਾਂ ਮੈਂ ਮਰ ਜਾਣਾ। ਇਦਾਂ ਦਾ ਅੰਦੋਲਨ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਵੇਗਾ। ਔਰ ਅੱਜ ਦੂਜੀ ਘਟਨਾ ਹੋਈ ਹੈ। ਇਹ ਦੂਸਰੀ ਘਟਨਾ ਅੱਜ ਤੋਂ 5 ਦਿਨ ਪਹਿਲਾਂ ਹੋਈ ਹੈ। 5 ਦਿਨ ਪਹਿਲਾਂ ਕੀ ਹੋਇਆ? ਉਹ ਇਤਿਹਾਸ ਦੁਹਰਾਇਆ ਗਿਆ ਭਾਰਤ ਦੇਸ਼ ਦੇ ਅੰਦਰ। 10 ਅਪ੍ਰੈਲ ਨੂੰ ਭਾਰਤ ਬੰਦ ਦੀ ਕਾਲ ਆਈ। ਭਾਰਤ ਬੰਦ ਦੀ ਕਾਲ ਕਿਹਨਾਂ ਲੋਕਾਂ ਨੇ ਕੀਤੀ? ਉਹ ਲੋਕ ਜਿਹੜੇ ਇਸ ਦੇਸ਼ ਦੇ ਅੰਦਰ ਮਾਨਵਤਾਵਾਦ ਨੂੰ ਖਤਮ ਕਰਕੇ ਮਨੂਵਾਦ ਨੂੰ ਲਾਗੂ ਕਰਨਾ ਚਾਹੁੰਦੇ ਆ। ਉਹ ਲੋਕ ਜਿਹੜੇ ਇਸ ਦੇਸ਼ ਦੇ ਅੰਦਰ ਸੰਵਿਧਾਨ ਨੂੰ ਖਤਮ ਕਰਕੇ ਮਨੂ ਸਿਮਰਤੀ ਦਾ ਕਾਨੂੰਨ ਲਾਗੂ ਕਰਨਾ ਚਾਹੁੰਦੇ ਆ। ਉਹਨਾਂ ਲੋਕਾਂ ਨੇ ਕਾਲ ਕੀਤੀ 10 ਅਪ੍ਰੈਲ ਨੂੰ ਭਾਰਤ ਬੰਦ ਦੀ। ਔਰ ਉਹਨਾਂ ਦਾ ਮੁੱਦਾ ਕੀ ਸੀ ਕਿ ਰਿਜ਼ਰਵੇਸ਼ਨ ਖਤਮ ਹੋਣੀ ਚਾਹੀਦੀ ਹੈ। ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ, ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜਿਹੜੀ ਮਿਲ ਰਹੀ ਹੈ ਉਹ ਖਤਮ ਹੋਣੀ ਚਾਹੀਦੀ ਹੈ। ਤਾਂ ਫਿਰ ਦੱਸੋ ਆਪਾਂ ਕਿੱਥੇ ਖੜੇ ਹਾਂ? ਇਹ ਦੂਸਰੀ ਵਾਰ ਇਤਿਹਾਸਕ ਘਟਨਾ ਹੋ ਗਈ ਹੈ। ਇਤਿਹਾਸ ਨੂੰ ਦੁਹਰਾਇਆ ਗਿਆ, ਪਹਿਲੀ ਵਾਰ 1932 'ਚ ਤੇ ਹੁਣ 2018 ਦੇ ਵਿੱਚ। ਅੱਜ ਆਪਾਂ ਕਿੱਥੇ ਖੜੇ ਹਾਂ ਸਾਨੂੰ ਵਿਚਾਰ ਕਰਨਾ ਪਏਗਾ। 86 ਸਾਲ ਬਾਅਦ ਦੂਸਰੀ ਘਟਨਾ ਘਟਦੀ ਹੈ। ਇਹ ਅੱਜ ਸਾਨੂੰ ਸੋਚਣਾ ਪਏਗਾ ਕਿ ਅਸੀਂ ਕਿੱਥੇ ਖੜੇ ਹਾਂ।
ਔਰ ਜੇ ਅੱਜ ਨਾ ਅਸੀਂ ਸੋਚਿਆ ਤਾਂ ਫਿਰ ਸਾਡੇ ਲਈ ਆਉਣ ਵਾਲਾ ਸਮਾਂ ਜਿਹੜਾ ਆ ਬਹੁਤ ਭਿਆਨਕ ਹੈ। ਔਰ ਮੈਂ ਇਸ ਮੰਚ ਤੋਂ ਵੀ ਅੱਜ ਜਿੰਨੇ ਵੀ ਪ੍ਰੋਗਰਾਮ ਹੋਰ ਜਗ੍ਹਾ ਕਰਕੇ ਵੀ ਆਇਆ, ਹੋਰ ਵੀ ਜਿੱਥੇ ਜਾਣਾ, ਮੈਂ ਹਰ ਜਗ੍ਹਾ ਸਵਾਲ ਖੜਾ ਕਰਕੇ ਆਇਆ ਔਰ ਇੱਥੇ ਵੀ ਤੁਹਾਡੇ ਵਿੱਚ ਇਹ ਗੱਲ ਕਰਕੇ ਜਾਣੀ ਹੈ ਕਿ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਰਿਜ਼ਰਵੇਸ਼ਨ ਖਤਮ ਹੋਣੀ ਚਾਹੀਦੀ ਹੈ। ਮੈਂ ਆਨਲਾਈਨ ਵੀਡੀਓ ਵੀ ਪਾਈ ਸੀ, ਮੈਂ ਕਿਹਾ ਸਵਾਲ ਸਾਨੂੰ ਆ ਸਾਡੇ ਸਵਾਲ ਹੈ, ਇੱਕ ਵਾਰ ਜਵਾਬ ਦੇ ਦਿਓ। ਮੈਂ ਇੱਥੇ ਵੀ ਇਹ ਗੱਲ ਕਹਿੰਦਾ ਕਿਉਂਕਿ ਤੁਹਾਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਆਪਾਂ ਸੱਥਾਂ ਦੇ ਵਿੱਚ ਖੜਦੇ ਹਾਂ, ਬਾਜ਼ਾਰਾਂ ਦੇ ਵਿੱਚ ਜਾਂਦੇ ਹਾਂ, ਕੋਈ ਲੋਕ ਜਿਹੜੇ ਕਈ ਵਾਰੀ ਸਾਡੀ ਸਮਾਜ ਦੇ ਜਿਹੜੇ ਆਪ ਰਿਜ਼ਰਵੇਸ਼ਨ ਦਾ ਫਾਇਦਾ ਲੈ ਕੇ ਬੈਠੇ ਆ, ਉਹ ਲੋਕ ਕਈ ਵਾਰੀ ਇਹ ਗੱਲ ਕਹਿੰਦੇ ਹਾਂ ਯਾਰ ਖਤਮ ਤਾਂ ਹੋਣੀ ਚਾਹੀਦੀ ਹੈ। ਰਿਜ਼ਰਵੇਸ਼ਨ ਜਿਹੜੀ ਹੈ ਉਹ ਜਾਤੀ ਦੇ ਆਧਾਰ ਤੇ ਨਹੀਂ ਹੋਣੀ ਚਾਹੀਦੀ, ਆਰਥਿਕ ਆਧਾਰ ਤੇ ਹੋਣੀ ਚਾਹੀਦੀ ਹੈ। ਕਈ ਸਾਡੇ ਵਾਲੇ ਵੀ ਇਹ ਗੱਲ ਕਹਿੰਦੇ ਆ, ਸਾਡੇ ਵਾਲੇ ਵੀ। ਮੈਂ ਉਹਨਾਂ ਨੂੰ ਵੀ ਇਹ ਗੱਲ ਪੁੱਛਣੀ ਚਾਹੁੰਦਾ ਤੇ ਜਿਹੜੇ ਰਿਜ਼ਰਵੇਸ਼ਨ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਵੀ ਇਹ ਗੱਲ ਪੁੱਛਣੀ ਚਾਹੁੰਦਾ ਕਿ ਇਸ ਦੇਸ਼ ਦੇ ਅੰਦਰ ਅਗਰ ਸਾਡੇ ਨਾਲ ਵਿਤਕਰਾ ਹੋਇਆ, ਇਸ ਦੇਸ਼ ਦੇ ਅੰਦਰ ਅਗਰ ਸਾਡੇ ਨਾਲ ਭਿੰਨ ਭੇਦ ਹੋਇਆ ਤਾਂ ਉਹ ਜਾਤੀ ਦੇ ਆਧਾਰ ਤੇ ਹੋਇਆ, ਆਰਥਿਕ ਆਧਾਰ ਤੇ ਨਹੀਂ ਹੋਇਆ। ਜੇ ਵਿਤਕਰਾ ਜਾਤੀ ਦੇ ਆਧਾਰ ਤੇ ਹੋਇਆ ਤੇ ਰਿਜ਼ਰਵੇਸ਼ਨ ਆਰਥਿਕ ਆਧਾਰ ਤੇ ਕਿੱਦਾਂ ਹੋ ਸਕਦੀ ਹੈ? ਉਹ ਲੋਕ ਇਹ ਗੱਲ ਕਹਿਣ ਕਿ ਅਸੀਂ ਜਾਤੀ ਖਤਮ ਕਰਦੇ ਆ ਤਾਂ ਰਿਜ਼ਰਵੇਸ਼ਨ ਆਪਣੇ ਆਪ ਖਤਮ ਹੋ ਸਕਦੀ ਹੈ। ਪਹਿਲਾਂ ਜਾਤ ਨੂੰ ਖਤਮ ਕਰਨ ਦੀ ਕੋਈ ਗੱਲ ਨਹੀਂ ਕਰ ਰਿਹਾ, ਜਾਤ ਨੂੰ ਖਤਮ ਕਰਨ ਦੀ ਕੋਈ ਗੱਲ ਨਹੀਂ ਕਰ ਰਿਹਾ, ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਆ। ਜੇ ਰਿਜ਼ਰਵੇਸ਼ਨ ਦੇ ਅੰਕੜੇ ਲਈਏ, ਮੇਰਾ ਅੰਕੜਾ ਨਹੀਂ ਸਰਕਾਰ ਦਾ ਅੰਕੜਾ ਆ। ਮੈਂ ਉਹਨਾਂ ਕੋਲ ਸਵਾਲ ਪੁੱਛਿਆ ਵੀ ਦੱਸੋ, ਇਹ ਕਹਿੰਦੇ ਹਾਈ ਕੋਰਟ ਨੇ ਕੱਲ ਕਹੀ ਕਿ ਰਿਜ਼ਰਵੇਸ਼ਨ ਨੇ ਦੇਸ਼ ਨੂੰ ਬਰਬਾਦ ਕਰਕੇ ਰੱਖ ਦਿੱਤਾ। ਕਹਿੰਦੇ ਰਿਜ਼ਰਵੇਸ਼ਨ ਨੇ ਦੇਸ਼ ਨੂੰ ਬਰਬਾਦ ਕੀਤਾ, ਹਾਈ ਕੋਰਟ ਦਾ ਜੱਜ ਕਹਿ ਰਿਹਾ। ਤਾਂ ਮੈਂ ਇਹ ਸਵਾਲ ਕੀਤਾ ਕਿ ਦੇਸ਼ ਨੂੰ ਅੱਗੇ ਲੈ ਕੇ ਜਾਣਾ ਜਾਂ ਦੇਸ਼ ਨੂੰ ਬਰਬਾਦੀ ਵੱਲ ਨੂੰ ਲੈ ਕੇ ਜਾਣਾ, ਇਹ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੇ ਪਹਿਲੀ ਕਤਾਰ ਦੇ ਵਿੱਚ ਖੜੇ ਹੋਣ। ਪਹਿਲੀ ਕਤਾਰ ਦੇ ਵਿੱਚ ਕੌਣ ਖੜੇ ਆ? ਅੱਜ ਤੱਕ ਦੇਸ਼ ਦੇ 15 ਪ੍ਰਧਾਨ ਮੰਤਰੀ ਬਣੇ ਆ, ਉਹਨਾਂ ਚੋਂ ਕਿੰਨੇ ਰਿਜ਼ਰਵ ਕੈਟਾਗਰੀ ਦੇ ਸੀ? ਹੈ ਕੋਈ ਰਿਜ਼ਰਵ ਕੈਟਾਗਰੀ ਦਾ? ਕੋਈ ਸ਼ਡਿਊਲ ਕਾਸਟ ਬਣਿਆ ਪ੍ਰਧਾਨ ਮੰਤਰੀ ਅੱਜ ਤੱਕ? ਨਹੀਂ ਬਣਿਆ। ਦੇਸ਼ ਦੇ 14 ਰਾਸ਼ਟਰਪਤੀ ਬਣੇ ਆ, ਉਹਨਾਂ ਚੋਂ ਕਿੰਨੇ ਰਿਜ਼ਰਵ ਕੈਟਾਗਰੀ ਦੇ ਸੀ? ਦੇਸ਼ ਦੇ ਕਿੰਨੇ ਚੀਫ ਜਸਟਿਸ ਬਣੇ ਅੱਜ ਤੱਕ ਸੁਪਰੀਮ ਕੋਰਟ ਦੇ, ਉਹਨਾਂ ਵਿੱਚੋਂ ਕਿੰਨੇ ਰਿਜ਼ਰਵ ਕੈਟਾਗਰੀ ਦੇ ਸੀ? ਦੇਸ਼ ਦੇ ਕਿੰਨੇ ਚੀਫ ਇਲੈਕਸ਼ਨ ਕਮਿਸ਼ਨ ਬਣੇ ਆ, ਮੁੱਖ ਚੁਣਾਵ ਆਯੋਗ ਜਿਹੜੇ ਆ, ਉਹਨਾਂ ਚੋਂ ਕਿੰਨੇ ਲੋਕ ਆ ਜਿਹੜੇ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਸੀ? ਦੇਸ਼ ਦੇ ਕਿੰਨੇ ਕਾਰਪੋਰੇਟ ਘਰਾਣੇ ਆ, ਉਹਨਾਂ ਦੇ ਵਿੱਚੋਂ ਕਿੰਨੇ ਲੋਕ ਆ ਜਿਹੜੇ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਆ? ਦੇਸ਼ ਦੇ ਅੰਦਰ ਆ ਸਰਕਾਰੀ ਠੇਕੇਦਾਰ ਜਿਹੜੇ ਵੱਡੇ ਵੱਡੇ ਠੇਕੇ ਲੈਂਦੇ ਆ, ਉਹਨਾਂ ਚੋਂ ਕਿੰਨੇ ਲੋਕ ਆ ਜਿਹੜੇ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਆ? ਦੇਸ਼ ਦੇ ਵਿੱਚ ਕਿੰਨੀਆਂ ਮਿੱਲਾਂ, ਕਿੰਨੀਆਂ ਇੰਡਸਟਰੀਆਂ, ਉਹਨਾਂ ਦੇ ਵਿੱਚੋਂ ਕਿੰਨੇ ਲੋਕ ਆ ਜਿਹੜੇ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਆ? ਦੇਸ਼ ਦੀਆਂ ਨੌਕਰੀਆਂ ਜਿਹੜੀਆਂ ਜਿਸ ਰਿਜ਼ਰਵੇਸ਼ਨ ਦੀ ਇਹ ਗੱਲ ਕਰ ਰਹੇ ਆ, ਸਾਡੀ ਆਬਾਦੀ ਦੇਸ਼ ਦੇ ਅੰਦਰ 20 ਕਰੋੜ ਆ, 20 ਕਰੋੜ ਆਬਾਦੀ ਵਾਲੇ ਜਿਹੜੇ ਲੋਕ ਆ, ਅੱਜ ਦੇਸ਼ ਦੇ ਅੰਦਰ ਨੌਕਰੀਆਂ ਦੇ ਵਿੱਚ ਉਹਨਾਂ ਦੀ ਜਿਹੜੀ ਭਾਗੀਦਾਰੀ ਆ, ਜਿਹੜੀ ਹਿੱਸੇਦਾਰੀ ਆ, ਉਹ 3.9 ਆ। 3.9 18% ਆਬਾਦੀ ਤੁਹਾਡੀ, ਤੇ ਇਹ ਲੋਕ ਰਿਜ਼ਰਵੇਸ਼ਨ ਦੀ ਗੱਲ ਕਰ ਰਹੇ ਆ। ਇਹਦੇ ਮਾਮਲੇ ਵਿੱਚ ਕੋਈ ਤੁਹਾਨੂੰ ਜਵਾਬ ਨਹੀਂ ਦੇਗਾ। ਜਿਹੜੇ ਅੰਕੜੇ ਮੈਂ ਤੁਹਾਨੂੰ ਤੁਹਾਡੇ ਮੂਹਰੇ ਰੱਖਿਆ, ਕਦੇ ਪੁੱਛ ਲਿਓ ਉਹਨਾਂ ਨੂੰ ਜਿਹੜੇ ਵਿਰੋਧ ਕਰਦੇ ਆ, ਤੁਹਾਨੂੰ ਜਵਾਬ ਕੋਈ ਨਹੀਂ ਦੇਗਾ। ਉਹਨਾਂ ਨੂੰ ਪੁੱਛ ਲਿਓ ਵੀ ਦੇਸ਼ ਦੇ ਅੰਦਰ ਕਿੰਨੇ ਘੁਟਾਲੇ ਹੋਏ ਆ, ਚਾਹੇ 2G ਸਪੈਕਟਰਮ ਹੋਇਆ, ਚਾਹੇ ਕਾਮਨਵੈਲਥ ਖੇਡਾਂ ਦਾ ਹੋਇਆ, ਚਾਹੇ ਕੋਲ ਘੁਟਾਲਾ ਹੋਇਆ, ਚਾਹੇ ਹੋਰ ਨਿੱਕੇ ਚੁੱਕੜ ਵੱਡੇ ਛੋਟੇ ਜਿੰਨੇ ਘੁਟਾਲੇ ਹੋਏ ਆ, ਉਹਨਾਂ 'ਚ ਘੁਟਾਲੇ ਕਰਨ ਵਾਲੇ ਕਿੰਨੇ ਰਿਜ਼ਰਵ ਕੈਟਾਗਰੀ ਦੇ ਆ? ਅੱਜ ਦੇਸ਼ ਦੇ ਅੰਦਰ अब नवा विवाद खड़ा होया कि देश का 19,000 करोड़ रुपया लैके नीरव मोदी कहते विदेश भज गया। 9,000 करोड़ रुपया लैके विजय माल्या कहते विदेश भज गया। 2,200 करोड़ रुपया लैके ललित मोदी कहते विदेश भज गया। भी इन्हां चों किहड़ा रिजर्व कैटागरी दा आ? इन्हां चों हैगा कोई रिजर्व कैटागरी दा? जदों अंकड़े गिणांगे 19,000 करोड़, 9,000 करोड़, 2,200 करोड़, किड्डी वड्डी रकम पता? जीरोआं भुल जानियां, पढ़िया लिखिया नूं भी लाउण लई जीरोआं भुल जानियां। लेकिन ये लोग ये पैसा जिहड़ा लैके विदेशों च भज गए आ, रिजर्व कैटागरी दे नहीं हैगे। फिर वो दस्सण कि देश नूं बर्बाद किन्हां लोकां ने कीता? बर्बाद तां फिर इन्हां ने कीता, बागडोर इन्हां दे हत्थ विच सी। लेकिन ये लोग जिहड़े आ तुहानूं शैतानी दे नाल अपणियां गल्लां विच ले लैंदे आ। लेकिन जे तुसी बाबा साहब दे सच्चे पैरोकार आ ते बाबा साहब दी वो गल कि कदे भी एवें किसे दियां गल्लां दे विच ना आ जाना, कदे भी किसे दियां गल्लां विच ना आ जाना।
ਤੁਸੀਂ ਆਪਣੀ ਪਰਖ ਦੀ ਕਸੌਟੀ ਦੇ ਉੱਤੇ ਉਹਦੀਆਂ ਗੱਲਾਂ ਨੂੰ ਪਰਖ ਕੇ ਦੇਖ ਲਿਓ, ਕਿਉਂਕਿ ਜਿਹੜਾ ਗਿਆਨ ਹੈ, ਜਿਹੜੀ ਜਾਣਕਾਰੀ ਹੈ, ਸਭ ਤੋਂ ਵੱਡਾ ਹਥਿਆਰ ਆ। ਜੇ ਤੁਹਾਡੇ ਕੋਲ ਜਾਣਕਾਰੀ ਹੈ ਤਾਂ ਫਿਰ ਤੁਹਾਡੇ ਮੂਹਰੇ ਕੋਈ ਨਹੀਂ ਬੋਲੇਗਾ। ਔਰ ਮੈਂ ਤੁਹਾਨੂੰ ਇਹ ਗੱਲ ਬੇਨਤੀ ਕਰਨ ਵਾਸਤੇ ਵੀ ਆਇਆ, ਜਿੱਥੇ ਆਪਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਮਨਾ ਰਹੇ ਆ, ਉੱਥੇ ਨਾਲ ਹੀ ਅੱਜ ਸਮਾਜ ਦੇ ਉੱਤੇ ਜੋ ਭੀੜ ਪਈ ਹੈ, ਆਪਾਂ 2 ਅਪ੍ਰੈਲ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਸੀ, ਸਮਾਜ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਉਤਰਿਆ। ਉਹ 2 ਤਰੀਕ ਵਾਲਾ ਜਿਹੜਾ ਟੀਕਾ ਲੱਗਾ ਉਹਨਾਂ ਦੇ, ਉਹ ਹਜੇ ਉਹ ਟਿਕਣ ਨਹੀਂ ਦਿੰਦਾ ਉਹਨਾਂ ਨੂੰ, ਹਜੇ ਜਿਹੜਾ ਟਿਕਣ ਨਹੀਂ ਦਿੰਦਾ। ਲੇਕਿਨ ਹੁੰਦਾ ਕੀ ਹੈ, ਆ ਪਰਸੋਂ ਦੀ ਘਟਨਾ ਆ ਫਗਵਾੜੇ ਦੇ ਵਿੱਚ ਹੋਈ। ਸਾਡੇ ਕੁਝ ਸਾਥੀਆਂ ਨੇ ਫਗਵਾੜੇ ਦਾ ਜਿਹੜਾ ਚੌਂਕ ਹੈ, ਫਗਵਾੜੇ ਦਾ ਜਿਹੜਾ ਗੋਲ ਚੌਂਕ ਹੈ, ਉਹਦਾ ਨਾਮ ਸੰਵਿਧਾਨ ਚੌਂਕ ਰੱਖਣ ਦੇ ਲਈ ਉੱਥੇ ਇੱਕ ਫਲੈਕਸ ਲਗਾਇਆ। ਫਲੈਕਸ ਲਗਾਇਆ, ਉਹ ਫਲੈਕਸ ਜਿਹੜਾ ਆ ਉਹ ਕਾਰਪੋਰੇਸ਼ਨ ਦੀ ਜਗ੍ਹਾ ਦੇ ਵਿੱਚ ਲੱਗਾ। ਕਾਰਪੋਰੇਸ਼ਨ ਉਹਦੇ ਤੇ ਇਤਰਾਜ਼ ਕਰਦਾ, ਉਹਨੂੰ ਪੱਟ ਦਿੰਦਾ। ਜੇ ਕੋਈ ਨਹੀਂ ਪੱਟਦਾ ਉਹਨਾਂ ਦੇ ਪਰਚਾ ਦਰਜ ਕਰਨ ਦਾ ਅਲੱਗ ਮੈਟਰ ਸੀ। ਉੱਥੇ ਵਿਰੋਧ ਕੌਣ ਕਰਨਾ ਏ? ਉਹ ਲੋਕ ਜਿਨ੍ਹਾਂ ਦਾ ਕੰਮ ਹੀ ਇੱਕ ਆ ਕਿ ਇਦਾਂ ਦੇ ਪੰਗੇ ਹੀ ਲੈਣੇ ਆ। ਕਦੀ ਉਹ ਸਿੱਖਾਂ ਦੇ ਨਾਲ ਪੰਗੇ ਲੈਂਦੇ ਆ ਵੀ ਅਸੀਂ ਭਿੰਡਰਾਂ ਵਾਲੇ ਦੀ ਫੋਟੋ ਨਹੀਂ ਲਾਉਣ ਦੇਣੀ, ਕਦੀ ਅੱਤਵਾਦੀ ਆ ਜੀ, ਜੇ ਆ ਉਹ ਆ, ਇਦਾਂ ਦੀਆਂ ਗੱਲਾਂ ਕਰਦੇ। ਸ਼ਿਵ ਸੈਨਾ ਵਾਲੇ ਉੱਥੇ ਆਏ ਵਿਰੋਧ ਕਰਨ। ਉੱਥੇ ਉਹਨਾਂ ਨੇ ਸਮਾਜ ਦੇ ਲਈ ਭੱਦੀ ਸ਼ਬਦਾਵਲੀ ਵੀ ਵਰਤੀ। ਉੱਥੇ ਉਹਨਾਂ ਨੇ ਗਾਲੀ ਗਲੋਚ ਵੀ ਕੀਤਾ, ਪੁੱਠੀ ਸਿੱਧੀ ਨਾਅਰੇਬਾਜ਼ੀ ਵੀ ਕੀਤੀ ਔਰ ਨਾਲ ਹੀ ਫਾਇਰਿੰਗ ਵੀ ਕਰ ਦਿੱਤੀ, ਜਿਹਦੇ ਵਿੱਚ ਸਾਡੇ 3 ਸਾਥੀ ਜਿਹੜੇ ਆ ਉਹ ਜ਼ਖਮੀ ਹੋਏ ਆ। ਇੱਕ ਦੀ ਹਾਲਤ ਗੰਭੀਰ ਹੈ, ਦਇਆਨੰਦ ਹਸਪੀਟਲ ਦੇ ਵਿੱਚ ਐਡਮਿਟ ਆ, ਦੂਸਰਾ ਇੱਥੇ ਜਲੰਧਰ ਦੇ ਵਿੱਚ ਐਡਮਿਟ ਆ, ਤੀਸਰਾ ਫਗਵਾੜੇ ਦੇ ਵਿੱਚ ਐਡਮਿਟ ਆ। ਔਰ ਪੁਲਿਸ ਨੇ ਕੀ ਕੀਤਾ? ਪੁਲਿਸ ਨੇ ਸਾਡੇ ਨਿਹੱਥੇ ਨੌਜਵਾਨ ਜਿਨ੍ਹਾਂ ਦੇ ਹੱਥ ਵਿੱਚ ਕੋਈ ਹਥਿਆਰ ਨਹੀਂ ਸੀ, ਨਿਹੱਥੇ ਨੌਜਵਾਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ। ਉਹਨਾਂ ਤੇ ਤਾਂ ਹੋਣਾ ਸੀ, ਲੇਕਿਨ ਪ੍ਰੈਸ਼ਰ ਬਣਾਉਣ ਲਈ ਕਿ ਇਹ ਰਾਜੀਨਾਮਾ ਹੋ ਜਾਵੇ, ਸਾਡੇ ਵਾਲਿਆਂ ਤੇ ਵੀ ਪਰਚਾ ਦਰਜ ਕਰ ਦਿੱਤਾ। ਪਰ ਮੈਂ ਤੁਹਾਨੂੰ ਬੇਨਤੀ ਕਰਦਾ ਸਤਿਕਾਰਯੋਗ ਸਾਥੀਓ, ਕਿ ਅੱਜ ਆਪਾਂ ਇਸ ਸਟੇਜ ਤੇ ਖੜੇ ਆ ਕਿ ਦੁਸ਼ਮਣ ਅੱਜ ਆਪਣੀ ਲੜਾਈ ਨੂੰ ਬਹੁਤ ਤਿੱਖਾ ਕਰਕੇ ਬੈਠਾ। ਆਪਾਂ ਹਜੇ ਡਿਫੈਂਸਿਵ ਆ, ਆਪਾਂ ਆਪਣੇ ਬਚਾਅ ਦੇ ਵਿੱਚ ਲੱਗੇ ਹੋਏ ਆ, ਆਪਾਂ ਅਟੈਕ ਨਹੀਂ ਕਰ ਰਹੇ ਉਹਨਾਂ ਦੇ ਉੱਤੇ। ਆਪਾਂ ਕਦੀ ਉਹਨਾਂ ਤੇ ਅਟੈਕ ਨਹੀਂ ਕੀਤਾ। 2 ਤਰੀਕ ਦਾ ਬੰਦ ਵੀ ਜਿਹੜਾ ਸੀ ਉਹ ਇਸ ਗੱਲ ਦਾ ਰਿਐਕਸ਼ਨ ਸੀ, ਜਿਹੜਾ ਐਕਸ਼ਨ ਹੋਇਆ ਸੁਪਰੀਮ ਕੋਰਟ ਦੇ ਵਿੱਚ। ਉਹਨਾਂ ਨੇ SC ST ਐਟਰੋਸਿਟੀ ਐਕਟ ਨੂੰ ਕਮਜ਼ੋਰ ਕਰਨ ਦੀ ਇੱਕ ਸਾਜ਼ਿਸ਼ ਕੀਤੀ ਹੈ, ਉਹਦਾ ਰਿਐਕਸ਼ਨ ਸੀ 2 ਤਰੀਕ ਦਾ ਭਾਰਤ ਬੰਦ। ਲੇਕਿਨ ਆਪਾਂ ਆਪਣੇ ਵੱਲੋਂ ਕਦੀ ਪਹਿਲ ਨਹੀਂ ਕੀਤੀ। ਦੁਸ਼ਮਣ ਆਪਣੀ ਲੜਾਈ ਨੂੰ ਤਿੱਖਾ ਕਰ ਰਿਹਾ ਔਰ ਅੱਜ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਵੀ ਆਪਣੇ ਸਮਾਜ ਨੂੰ ਇਕੱਠਾ ਕਰਕੇ ਆਪਾਂ ਉਸ ਲੜਾਈ ਨੂੰ ਤਿੱਖਾ ਕਰੀਏ, ਕਿਉਂਕਿ ਇਹ ਜਿਹੜੀ ਲੜਾਈ ਹੈ ਇਹ ਉਹ ਲੜਾਈ ਹੈ ਜਿਸ ਘਣੇ ਹਨੇਰੇ ਦੇ ਵਿੱਚੋਂ, ਜਿਸ ਸੰਘਣੇ ਹਨੇਰੇ ਦੇ ਵਿੱਚੋਂ ਸਾਡੇ ਮਹਾਪੁਰਸ਼ਾਂ ਨੇ ਇੱਕ ਲੰਬਾ ਸੰਘਰਸ਼ ਕਰਕੇ ਸਾਨੂੰ ਉਜਾਲੇ ਦੇ ਵਿੱਚ ਲਿਆ ਕੇ ਦਿੱਤਾ। ਅੱਜ ਦੁਸ਼ਮਣ ਜਿਹੜਾ ਆ ਉਸੇ ਹਨੇਰੇ ਦੇ ਵਿੱਚ ਸਾਨੂੰ ਧਕੇਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸੇ ਹਨੇਰੇ ਵੱਲ ਨੂੰ ਸਾਨੂੰ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਵੀ ਕਿਤੇ ਸੁਨੇਹਾ ਲੱਗੇ ਸਾਰੇ ਇਕਮੁੱਠ ਹੋ ਜਾਇਓ, ਸਾਰੇ ਇਕੱਠੇ ਹੋ ਜਾਇਓ, ਤਦੇ ਹੀ ਆਪਾਂ ਜਿਹੜਾ ਉਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ। ਔਰ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਪ੍ਰਬੰਧਕਾਂ ਦਾ ਚਾਹੁੰਦਾ ਇਸ ਗੱਲ ਦੀ, ਕਿਉਂਕਿ ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਤੇ ਸਾਡਾ ਜਿੱਥੇ ਉਹਨਾਂ ਨੂੰ ਪੁਸ਼ਪ ਅਰਪਿਤ ਕਰਨ ਦਾ ਸਾਡਾ ਫਰਜ਼ ਬਣਦਾ, ਉੱਥੇ ਨਾਲ ਹੀ ਅਸੀਂ ਕੋਈ ਨਾ ਕੋਈ ਮੈਸੇਜ ਵੀ ਲੈ ਕੇ ਜਾਈਏ, ਇੱਦਾਂ ਦੀ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਤਾਂ ਮੈਂ ਤੁਹਾਡਾ ਧੰਨਵਾਦ ਵੀ ਕਰਦਾ, ਤੁਹਾਡੇ ਤੋਂ ਮਾਫੀ ਜੀ ਚਾਹੁੰਦਾ ਔਰ ਨਾਲ ਸਾਰੇ ਆਏ ਹੋਏ ਲੀਡਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਕੀਮਤੀ ਸਮਾਂ ਕੱਢਿਆ। ਥੋੜ੍ਹਾ ਜਿਹਾ ਉਹਨਾਂ ਦਾ ਸਮਾਂ ਵੱਧ ਮੈਂ ਲੈ ਗਿਆ, ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਇੱਕ ਵਾਰ ਫਿਰ ਤੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪਾਵਨ ਪਵਿੱਤਰ 127ਵੇਂ ਜਨਮ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਹੋਇਆ ਆਪ ਸਭ ਤੋਂ ਰਜਾ ਲੈਣਾ। ਜੈ ਭੀਮ, ਜੈ ਭੀਮ। Lower the feet up, come on!
है, आओ सबको मौका है, आओ सबको मौका है। धर्म वंश और लिंग का भेद नहीं है जय भीम, जय भीम, जय भीम। गूंगा पंडित पुरोहितों का भेद नहीं है जय भीम, भेद नहीं है जय भीम। संघर्ष की आवाज है, समता की आगाज है, सनातन के बोलो यारो, बोल 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 जय भीम। जंगल जमीन में सबकी मांगे हिस्सेदारी, हिस्सेदारी, हिस्सेदारी। ਸਾਰਿਆਂ ਨੂੰ ਦੁਆਰਾ ਮੈਂ ਕਹਿੰਦਾ, ਮੈਨੂੰ ਚੁੱਕਦਾ ਜਾਣ ਵਕਤ ਕੇ ਜੈ ਭੀਮ ਜੈ ਭਾਰਤ ਲਾਉਣੀ ਆ ਤਾਂ ਮੈਨੂੰ ਪਤਾ ਲੱਗ ਜੂਗਾ ਤੁਸੀਂ ਗੱਲ ਨੂੰ ਸਮਝਣਾ ਚਾਹੁੰਦੇ ਆ, ਨਹੀਂ ਤਾਂ ਫਿਰ ਰੋਲਾ ਹੀ ਰਹਿਣਾ ਸਾਡੇ ਕੋਲ ਗੱਲਾਂ। ਜੈ ਭੀਮ ਜੈ ਭੀਮ। ਦੋਸਤੋ, ਅੱਜ ਦਾ ਜੋ ਦਿਨ ਹੈ, ਅੱਜ ਆਉਣ ਵਾਲਾ ਟਾਈਮ ਅੱਗੇ ਖੜਾ ਬਹੁਤ ਬੁਰਾ ਆ, ਤੁਹਾਨੂੰ ਸਮਝਣ ਦੀ ਲੋੜ ਆ। ਅੱਗੇ ਅਸੀਂ ਖੁਸ਼ੀਨਾਮੇ ਪ੍ਰੋਗਰਾਮ ਕਰਦੇ ਆ, ਸਤਿਕਾਰ ਦਿੰਦੇ ਆ ਬਾਬਾ ਸਾਹਿਬ ਜੀ ਦਾ, ਪਰ ਅੱਜ ਆਪਾਂ ਨੂੰ ਇੱਕ ਦੁਖੀ ਘਟਨਾ ਜੋ ਫਗਵਾੜੇ ਦੀ ਹੋਈ ਹੈ, ਉਹਦੇ ਲਈ ਸਾਨੂੰ ਸਮਝਣਾ ਪਊਗਾ ਕਿ ਅਸੀਂ ਖੁਸ਼ੀਆਂ ਬਾਅਦ ਵਿੱਚ ਮਨਾਉਣੀਆਂ, ਸਭ ਤੋਂ ਪਹਿਲਾਂ ਸਾਥ ਦੇਣਾ ਉਹਨਾਂ ਦੇ ਪਰਿਵਾਰਾਂ ਦਾ ਜਿਨ੍ਹਾਂ ਨੇ ਬਾਬਾ ਸਾਹਿਬ ਜੀ ਦੀ ਤਰ੍ਹਾਂ 4 ਜਾਨਾਂ ਵਾਲੀਆਂ। ਦੁਰਘਟਨਾ ਫਗਵਾੜੇ ਦੀ, ਦੁਰਘਟਨਾ ਹਰ ਇਲਾਕੇ ਦੀ, ਦੁਰਘਟਨਾ ਕਸ਼ਮੀਰ ਦੀ, ਦੁਰਘਟਨਾ ਕੁਲਵਿੰਦਰ ਝੱਲੀ ਦੀ, ਦੁਰਘਟਨਾ ਢਲਵਾਂ ਦੀ, ਜਿੱਥੋਂ ਮੈਂ ਆਇਆ ਸ਼ਹੀਦ ਵਿਜੇ, ਸ਼ਹੀਦ ਵਿਜੇ ਸਦਾ ਅਮਰ ਹੈ। ਰੀਅਲ ਸਾਹਿਬ ਬੈਠੇ ਆ, ਸਾਰਾ ਪਤਾ ਉਹਨਾਂ ਨੂੰ ਸ਼ਹੀਦ ਵਿਜੇ ਬਾਰੇ, ਮੈਂ ਉੱਥੋਂ ਦੇ ਪਿੰਡ ਦਾ ਆ। ਸੋ ਰੀਅਲ ਸਾਹਿਬ ਮਹਿਸੂਸ ਕਰਿਓ, ਲੰਬੜਦਾਰ ਸਾਹਿਬ, ਸੰਵਿਧਾਨ ਨੂੰ ਲਿਖਣ ਲਈ ਇੱਕ ਛੋਟੀ ਜਿਹੀ ਚੀਜ਼ ਗਵਾਹ ਹੋਈ, ਰੋਸ਼ਨੀ ਦਿੱਤੀ ਦੀਵੇ ਦੀ ਬੱਤੀ ਨੇ, ਜੋ ਆਪ ਜਲ ਕੇ ਸਵਾਹ ਹੋਈ। ਕਿੰਜ ਭੁੱਲਾ ਲੋਕਾਂ ਦੀ ਭੀੜ ਨੂੰ, ਉਹ ਵੀ ਇਕੱਲਾ ਬਹਿ ਕੇ, ਕੋਈ ਦੋਸਤ ਬਣਿਆ ਨਾ, ਜਿਸ ਪਾਸੋਂ ਨਾ ਵੰਡ ਕੇ ਖਲਾ ਹੋਈ, ਰੱਜ ਕੇ ਗਰੀਬੀ ਤੇ ਫਟੇ ਕੱਪੜੇ ਸੀ, ਇੱਕ ਬੋਰਾ ਜੋ ਕਿਤਾਬਾਂ ਨਾਲ ਲਿਪਟਿਆ, ਤੇ ਸੀਨ ਧਾਗੇ ਦੀ ਨਾ ਸਲਾਹ ਹੋਈ। ਪਈ ਬਾਰਿਸ਼, ਜਦੋਂ ਪ੍ਰਸ਼ਤੀ ਦੇ ਹੇਠ ਖੜੇ ਸੀਗੇ, ਬਾਰਿਸ਼ ਪੈ ਰਹੀ ਆ, ਕਿਸੇ ਦੇ ਘਰ ਅੱਗੇ ਪ੍ਰਸ਼ਤੀ ਸੀ ਛੋਟੀ, ਉੱਥੋਂ ਵੀ ਉਹਨਾਂ ਨੂੰ ਕੀ ਹੋਇਆ? ਪਈ ਬਾਰਿਸ਼, ਖਾਮਾ ਮਾਰ ਬਿਨਾਂ ਕਸੂਰ ਦੇ, ਤੇ ਸਰੀਰ ਦੀ ਚਮੜੀ ਵੀ ਸ਼ਲਾਹ ਹੋਈ। ਕਠਿਨਾਈਆਂ ਦੇ ਵਕਤ, ਔਕੜਾਂ ਦੇ ਵਕਤ, ਛੱਡਿਆ ਨਾ ਮੈਂ ਕਿਤਾਬਾਂ ਨੂੰ, ਉਹ ਭਲਿਓ ਲੋਕੋ ਜਿਸ ਨੂੰ ਪੜ੍ਹ ਕੇ ਹਰ ਇੱਕ ਡਿਗਰੀ ਦਵਾ ਹੋਈ, ਦਿਵਾ ਹੋਈ।
उस गड्डी दी सर्विस भी 20,000 की होंदी है, जिहड़ी तुसीं नौकरियां दे विच माण करदे फिरदे आ। 20,000 रुपया मिलदा ते असीं चौक दे विच धरना लाउण नहीं जाना, सानूं बाहर कर देना नौकरी तो। ये माण करदे फिरदे आ। और युवा अगे नहीं बदला, उन्हां दी 20,000 दे नाल सर्विस हुंदी गड्डी दी ते असीं माण करदे आ 20,000 दा। असीं कित्थे भुल्ले फिरदे आ, कित्थे भुल्ले फिरदे आ। बाबा साहब जी ने 4 वारी अपनी पुत्तां दी जान गवाई। और दोस्तों 14 अप्रैल तुहाडी होली आ, तुहाडी दिवाली, तुहाडी दिवाली। असां मैं यही कहना चाहुंदा कि नौकरियां करदियां तुसीं देश दा पूरी करवाउणियां, पर जदों लंबरदार साहब घरां च जांदे आ वे साडे नाल चलो अपना हक हो लिया, तुहानूं नौकरी दी जरूरत नहीं मुड़ के। जे संविधान हिल गया तां ਤੁਹਾਡੇ ਹੀ ਤੁਹਾਡੇ आ। ते दोस्तों दिवाली दे उत्ते हर घर दे विच मैं रोशनी देखदा। 14 तरीक असली दिवाली आ। अगे तो जोड़े भी दे प्रोग्राम होवे 14 तरीक सारिਆਂ ਦੇ ਕੋਠੇ ਉੱਤੇ ਲੜੀਆਂ ਜਾਂ ਮੋਮਬੱਤੀਆਂ ਜਾਂ ਦੀਵੇ ਹੋਣ। बस यही बेनती कर रहा है, असली दिवाली आ। जय भीम, जय भारत। मेरे तो पहला बुलारिया ने ਤੁਹਾਡੇ ਨਾਲ लगभग बाबा साहब की जीवनी बारे काफ़ी गल्लां साझियां कीतियां, क्योंकि मैं महसूस करता हाँ कि इस पिंड दे विच कोट कलां दे विच मैं पिछले काफ़ी सालों तो निरंतर आ रहा हाँ और ਤੁਹਾਡੇ ਨਾਲ अपने विचार साझे करता रहना है। और कोट कलां दीयां लगभग सारियां बीबियां भैणां भरा मेरे तो चंगी तरह वाकफ ने, मैं भी सारियां तो वाकफ हाँ। और ये तुसीं चंगी तरह जानते हो कि जदों भी मैं इत्थे आउणा हाँ तां बाबा साहब के अंदोलन की, गुरु रविदास महाराज के मिशन की और साहबे कमाल साहब श्री कांशी राम जी की पार्टी की गल लेके ही आना है। अज इस पिंड दे विच विश्व रतन परम पूज्य भारतीय संविधान के निर्माता, करोड़ों लोगों के रहनुमा, औरत जाति के मुक्तिदाता बाबा साहब भीमराव अंबेडकर जी का 127वां जन्मदिन धूमधाम हर्षो उल्लास के नाल मनाया जा रहा है। कल 14 अप्रैल को पूरे विश्व में उन्होंने जन्मदिन मनाया गया। मेरे सोफी पिंड तो मास्टर चमन लाल जी बैठे ने, बुद्ध विहार ट्रस्ट वालों भी सोफी पिंड के भी होर हर थां ते मनाया गया। बहुजन समाज पार्टी वालों भी पूरे पंजाब के जिला पद्धर से बाबा साहब का जन्मदिन मना के उन्होंने याद किया गया। तो साथियों, ये गल बुलारिया ने मेरे को पहले तुहानूं दसी कि बाबा साहब का जो जन्म भारत के होया 14 अप्रैल को, जदों उन्होंने बचपन के ये एहसास हो गया कि इत्थे जिहड़े साडे भाईचारे के लोग हैं उन्होंने नीच कहा जाता है। उन्होंने बचपन के ये एहसास हो गया कि साडा जिहड़ा हाल है, साडा जिहड़ा जीवन है वो इस देश के विच जानवरों तो भी माड़ा है। साडे लोगों को जानवरों तो भी भैड़ा जीवन जीण वास्ते मजबूर किया जाता है। तो बाबा साहब ने पढ़न उपरांत उन्होंने अपने जीवन के जड़ियाँ कुछ घटनावां होर भी मैं तुहाडे नाल साझियां करांगा, क्योंकि जदों एक बार की घटना है कि वो बग्गी ते बह के किते जा रहे सन और बग्गी वाले को जदों ये पता लग गया कि एक महार पलटों है जिन्होंने नीच समझा जाता है, तो उस बग्गी वाले ने बाबा साहब को अपनी बग्गी के विचों उतार दिता कि मैं तेनों अगे नहीं ले जा सकता और तेरे बैठण के नाल मेरी बग्गी जिहड़ी आ भ्रिष्ट हो गई है। इन्नी नफरत की जाती सी। और बाबा साहब शाम का टाइम सी, रात का टाइम सी और उस वेले उन्होंने तुर के काफ़ी दूर जाना पिया। और इस देश के विच उन्होंने किराए पर कमरा नहीं दिता गया भी वो नीच जाति चो हैं।
ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਹਨ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ। ਪਰ ਉਹਨਾਂ ਨੇ ਇੱਕ ਤਹਈਆ ਕੀਤਾ ਸੀ। ਉਹਨਾਂ ਨੇ ਤਹਈਆ ਕੀ ਕੀਤਾ ਸੀ ਕਿ ਮੈਂ ਆਪਣੇ ਸਮਾਜ ਦਾ, ਬਹੁਜਨ ਸਮਾਜ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਸਤੇ ਮੈਂ ਆਪਣਾ ਪੂਰਾ ਜੀਵਨ ਲਗਾ ਦਿਆਂਗਾ। ਔਰ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਾ ਕੇ ਸਾਨੂੰ ਜੋ ਅੱਜ ਅਸੀਂ ਮਾਣ ਵਾਲੀ, ਅਣਖ ਵਾਲੀ ਜ਼ਿੰਦਗੀ ਜੀ ਰਹੇ ਹਾਂ, ਉਹਨਾਂ ਨੇ ਆਪਣੀ ਸਾਰੀ ਜੀਵਨ ਔਕੜਾਂ ਸਹਿ ਕੇ ਸਾਨੂੰ ਉੱਥੇ ਤੱਕ ਪਹੁੰਚਾਇਆ। ਤਾਂ ਇਸ ਕਰਕੇ ਬਾਬਾ ਸਾਹਿਬ ਦਾ ਜਿਹੜਾ ਸਨਮਾਨ ਹੈ, ਜੋ ਉਹਨਾਂ ਦਾ ਨਾਮ ਹੈ, ਬੜੀ ਸ਼ਰਧਾ ਔਰ ਉਤਸ਼ਾਹ ਦੇ ਨਾਲ ਵਿਸ਼ਵ ਵਿੱਚ ਲਿਆ ਜਾਂਦਾ ਹੈ। ਤਾਂ ਮੈਂ ਤੁਹਾਡੇ ਨਾਲ ਇਹਨਾਂ ਗੱਲਾਂ ਦੇ ਨਾਲ ਨਾਲ ਕੁਝ ਉਹਨਾਂ ਪਹਿਲੂਆਂ ਤੇ ਵੀ ਗੱਲ ਕਰਨੀ ਚਾਹਾਂਗਾ ਕਿ ਜਿਹੜੀਆਂ ਗੱਲਾਂ ਤੋਂ ਹਜੇ ਬਹੁਤ ਸਾਰੇ ਲੋਕ ਜਾਂ ਤਾਂ ਅਣਜਾਣ ਹਨ ਜਾਂ ਉਹਨਾਂ ਨੂੰ ਦੱਸਿਆ ਨਹੀਂ ਗਿਆ। ਕਿ ਪਹਿਲੀ ਗੱਲ ਤਾਂ ਇਹ ਹੈ, ਕਿਉਂਕਿ ਭਾਰਤ ਦੇ ਵਿੱਚ ਜੇ ਗੁਰੂ ਰਵਿਦਾਸ ਜੀ ਹੋਏ ਤਾਂ ਉਹਨਾਂ ਨੂੰ ਸਿਰਫ ਔਰ ਸਿਰਫ ਦਲਿਤਾਂ ਦੇ ਰਹਿਬਰ ਕਹਿ ਕੇ ਪੁਕਾਰਿਆ ਗਿਆ, ਜਦ ਕਿ ਇਤਿਹਾਸ ਗਵਾਹ ਹੈ ਕਿ ਉਹਨਾਂ ਦੇ ਉੱਚ ਜਾਤਾਂ ਦੇ ਵਿੱਚੋਂ ਰਾਜੇ ਰਾਣੀਆਂ ਜਿਹੜੇ ਉਹਨਾਂ ਦੇ ਸੇਵਕ ਹੋਏ ਹਨ। ਇਸੇ ਤਰ੍ਹਾਂ ਹੀ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ, ਜਿਨ੍ਹਾਂ ਨੇ ਸੰਵਿਧਾਨ ਲਿਖਿਆ ਦੇਸ਼ ਦਾ, ਉਹਨਾਂ ਨੂੰ ਵੀ ਦਲਿਤਾਂ ਦੇ ਮਸੀਹਾ ਦੇ ਤੌਰ ਤੇ ਹੀ ਪੇਸ਼ ਕੀਤਾ ਜਾਂਦਾ ਹੈ। ਪਰ ਜਿਹੜੀਆਂ ਦੂਸਰੇ ਭਾਈਚਾਰੇ ਹਨ, ਜਿਹੜੇ ਦੂਸਰੇ ਫਿਰਕਿਆਂ ਦੇ ਲੋਕ ਹਨ, ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਵੀ ਮੁਕੰਮਲ ਜਿਹੜੇ ਅਧਿਕਾਰ ਦਿੱਤੇ ਨੇ। ਭੈਣਾਂ ਬੈਠੀਆਂ ਨੇ ਭਾਰੀ ਗਿਣਤੀ ਦੇ ਵਿੱਚ। ਮੇਰੀਆਂ ਭੈਣਾਂ ਨੂੰ ਮੈਂ ਦੱਸਣਾ ਚਾਹਾਂਗਾ, ਪਹਿਲਾਂ ਇਸ ਦੇਸ਼ ਦੇ ਵਿੱਚ ਜਿਹੜੇ ਸੰਵਿਧਾਨ ਚੱਲਦੇ ਸੀ ਉਹ ਕਿਹੜੇ ਸੰਵਿਧਾਨ ਸੀ? ਉਹ ਸੀਗੇ ਧਾਰਮਿਕ ਗ੍ਰੰਥ, ਜਿਨ੍ਹਾਂ ਦੇ ਵਿੱਚ ਲਿਖਿਆ ਹੁੰਦਾ ਸੀ ਕਿ ਪਸ਼ੂ, ਸ਼ੂਦਰ, ਢੋਲ ਔਰ ਨਾਰੀ ਜੇ ਸਭ ਤਾੜਨ ਕੇ ਅਧਿਕਾਰੀ। ਉਹ ਪਸ਼ੂਆਂ ਨੂੰ, ਸ਼ੂਦਰਾਂ ਨੂੰ, ਔਰਤਾਂ ਨੂੰ ਇੱਕੋ ਸਮਾਨ ਗਿਣਦੇ ਸੀ। ਪਰ ਬਾਬਾ ਸਾਹਿਬ ਨੇ ਇਸ ਦੇਸ਼ ਦੇ ਵਿੱਚ ਔਰਤ ਨੂੰ ਪੂਰਨ ਬਰਾਬਰਤਾ ਦਾ, ਸਮਾਨਤਾ ਦਾ ਅਧਿਕਾਰ ਦਿੱਤਾ। ਔਰ ਬਾਬਾ ਸਾਹਿਬ ਨੇ ਕਿਸੇ ਵੀ, ਚਾਹੇ ਇਕੱਲੇ ਇੱਕ ਸ਼ਡਿਊਲ ਕਾਸਟ ਲੋਕਾਂ ਨੂੰ ਜਾਂ ਬੈਕਵਰਡ ਕਾਸਟ ਦੀਆਂ ਔਰਤਾਂ ਨੂੰ ਨਹੀਂ ਅਧਿਕਾਰ ਲੈ ਕੇ ਦਿੱਤਾ। ਉਹਨਾਂ ਨੇ ਸਰਬ ਸਮਾਜ ਦੀਆਂ ਮਹਿਲਾਵਾਂ ਨੂੰ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ। ਔਰ ਇਸੇ ਤਰ੍ਹਾਂ 1932 ਦੀ ਗੋਲਮਜ਼ ਕਾਨਫਰੰਸ ਇੰਗਲੈਂਡ ਦੇ ਵਿੱਚ ਜਦੋਂ ਉਹਨਾਂ ਨੇ ਜਾਣਾ ਸੀ ਤਾਂ ਉਹਨਾਂ ਦੇ ਬੇਟੇ ਰਾਜ ਰਤਨ ਦੀ ਮੌਤ ਹੋ ਗਈ। ਅਚਾਨਕ ਬਾਬਾ ਸਾਹਿਬ ਦੇ ਭਰਾ ਨੇ ਜਦੋਂ ਦੱਸਿਆ ਕਿ ਬਾਬਾ ਸਾਹਿਬ ਰਾਜ ਰਤਨ ਬੇਟਾ ਨਹੀਂ ਰਿਹਾ, ਤਾਂ ਬਾਬਾ ਸਾਹਿਬ ਇੱਕਦਮ ਦੁਖੀ ਹੋ ਗਏ ਔਰ ਕੁਰਸੀ ਤੇ ਬਹਿ ਗਏ। ਥੋੜੇ ਚਿਰ ਸੰਭਲੇ, ਆਪਣੇ ਆਪ ਨੂੰ ਸੰਭਾਲਿਆ ਔਰ ਆਪਣੇ ਭਰਾ ਨੂੰ ਕਿਹਾ ਕਿ ਮੈਨੂੰ ਇੰਗਲੈਂਡ ਦੇ ਵਿੱਚ ਗੋਲਮੇਜ਼ ਕਾਨਫਰੰਸ ਹੋ ਰਹੀ ਹੈ, ਮੈਨੂੰ ਉੱਥੇ ਜਾਣਾ ਪਵੇਗਾ। ਕਿਉਂ ਜਾਣਾ ਪਵੇਗਾ? ਕਿਉਂਕਿ ਇੱਥੇ ਤਾਂ ਮੇਰਾ ਇੱਕ ਬੇਟਾ ਰਾਜ ਰਤਨ ਮਰਿਆ ਹੈ, ਪਰ ਜੇ ਮੈਂ ਗੋਲਮੇਜ਼ ਕਾਨਫਰੰਸ ਵਿੱਚ ਹਿੱਸਾ ਲੈਣ ਨਾ ਪਹੁੰਚ ਸਕਿਆ ਨਾ, ਤੇ ਗਾਂਧੀ ਐਂਡ ਕੰਪਨੀ ਜਿਹੜੀ ਆ, ਇਹ ਗਾਂਧੀ ਐਂਡ ਕੰਪਨੀ ਨੇ ਮੇਰੇ ਸਮਾਜ ਦੇ ਕਰੋੜਾਂ ਹੀ ਬੱਚਿਆਂ ਦੇ ਜਿਹੜੇ ਅਧਿਕਾਰ ਆ ਉਹ ਖੋਹ ਲੈਣੇ ਆ। ਇਹੋ ਜਿਹੇ ਬਾਬਾ ਸਾਹਿਬ ਨੇ ਕੁਰਬਾਨੀਆਂ ਕੀਤੀਆਂ, ਆਪਣੇ ਪਰਿਵਾਰ ਨੂੰ ਤਿਆਗ ਦਿੱਤਾ ਉਹਨਾਂ ਨੇ ਕੌਮ ਨੂੰ, ਸਮਾਜ ਨੂੰ ਉੱਚਾ ਚੁੱਕਣ ਵਾਸਤੇ। ਤਾਂ ਬਾਬਾ ਸਾਹਿਬ ਨੇ ਉਸ ਵੇਲੇ ਵੀ ਜਦੋਂ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਤਾਂ ਗਾਂਧੀ ਐਂਡ ਕੰਪਨੀ ਉਹ ਕੀ ਕਹਿੰਦੀ ਸੀ? ਉਹ ਕਹਿੰਦੇ ਸੀਗੇ ਕਿ ਉਸ ਸਮੇਂ ਦੇ ਵਿੱਚ ਬਾਬਾ ਸਾਹਿਬ ਕਹਿੰਦੇ ਕਿ ਜਿਹੜਾ ਵੀ ਇਸ ਦੇਸ਼ ਦਾ ਵਸਿੰਦਾ ਹੈ, ਜਿਹੜਾ ਬਾਲਗ ਹੋ ਜਾਂਦਾ, ਉਹਨੂੰ ਵੋਟ ਪਾਉਣ ਦਾ ਪੂਰਨ ਅਧਿਕਾਰ ਹੋਣਾ ਚਾਹੀਦਾ ਹੈ, ਚਾਹੇ ਉਹ ਕਿਸੇ ਵੀ ਮਜ਼ਹਬ, ਜਾਤ, ਧਰਮ ਦਾ ਹੋਵੇ, ਔਰਤ ਹੋਵੇ, ਮਰਦ ਹੋਵੇ, ਕੰਮ ਕਰਦਾ ਹੋਵੇ, ਨਾ ਕਰਦਾ ਹੋਵੇ। ਪਰ ਗਾਂਧੀ ਕੀ ਕਹਿੰਦਾ ਸੀ? ਗਾਂਧੀ ਕਹਿੰਦਾ ਸੀ ਨਹੀਂ, ਵੋਟ ਪਾਉਣ ਦਾ ਸਿਰਫ ਉਹਨੂੰ ਅਧਿਕਾਰ ਹੋਣਾ ਚਾਹੀਦਾ ਹੈ ਜਿਹਦੇ ਕੋਲ ਉਸ ਵੇਲੇ ਜਾਂ ਤਾਂ 25 ਮਰਲੇ 25 ਕਿੱਲੇ ਜ਼ਮੀਨ ਆਪਣੇ ਨਾਂ ਤੇ ਰਜਿਸਟਰੀ ਹੋਵੇ, ਔਰ ਜਾਂ ਫਿਰ ਜਿਹੜਾ ਉਸ ਵੇਲੇ ਤੱਕ 10 ਕਲਾਸਾਂ ਪੜ੍ਹਿਆ ਹੋਵੇ। ਪਰ ਬਾਬਾ ਸਾਹਿਬ ਨੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ। ਤੋਂ ਇੱਕ ਗੱਲ, ਕਿਉਂਕਿ ਸੈਕਟਰੀ ਸਾਹਿਬ ਦੇ ਕੋਲ ਆ ਗਏ ਨੇ, 2 ਮਿੰਟ ਲਵਾਂਗਾ ਹੋਰ, ਕਿਉਂਕਿ ਬਾਬਾ ਸਾਹਿਬ ਨੂੰ ਅਸੀਂ ਸਾਰੇ ਜਾਣਦੇ ਹਾਂ ਕਿ ਸੰਵਿਧਾਨ ਦੇ ਨਿਰਮਾਤਾ ਦੇ ਤੌਰ ਤੇ ਪੇਸ਼ ਕੀਤਾ ਜਾਂਦਾ। ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ ਕਿ ਜਿੱਥੇ ਉਹ ਸੰਵਿਧਾਨ ਦੇ ਨਿਰਮਾਤਾ ਸਨ, ਉੱਥੇ ਹੀ ਉਹ ਇਸ ਦੇਸ਼ ਦੇ ਵੀ ਨਿਰਮਾਤਾ ਹੋਏ ਹਨ। ਕਿਉਂਕਿ ਆ ਜਿਹੜੀ ਦੇਸ਼ ਦੇ ਵਿੱਚ ਰਿਜ਼ਰਵ ਬੈਂਕ ਚੱਲਦੀ ਹੈ, ਇਹ ਵੀ ਉਹਨਾਂ ਦੀ ਜਿਹੜੀ ਪੁਸਤਕ ਸੀਗੀ ਫਾਈਨੈਂਸ ਬਾਰੇ,
ਬਾਬਾ ਸਾਹਿਬ ਦੀ ਜਿਹੜੀ ਪੁਸਤਕ ਸੀਗੀ ਉਹਦੇ ਤੋਂ ਹੀ ਰਾਏ ਲੈ ਕੇ ਹੀ ਰਿਜ਼ਰਵ ਬੈਂਕ ਦੀ ਸਥਾਪਨਾ ਕੀਤੀ ਗਈ ਸੀ। ਔਰ ਇਸੇ ਤਰ੍ਹਾਂ ਹੀ ਉਹਨਾਂ ਨੇ ਕਿਰਤੀਆਂ ਨੂੰ, ਜੋ ਮਜ਼ਦੂਰ ਵਰਗ ਸੀਗਾ, ਉਹਨਾਂ ਨੂੰ ਵੀ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ, ਕਿਉਂਕਿ ਪਹਿਲਾਂ 12-12 ਘੰਟੇ ਜਿਹੜਾ ਸੀਗਾ ਕੰਮ ਲਿਆ ਜਾਂਦਾ ਸੀ। ਤਾਂ ਬਾਬਾ ਸਾਹਿਬ ਨੇ ਇਹ ਵੀ ਕਹਿ ਕੇ 8 ਘੰਟੇ ਦਾ ਕਰਵਾਇਆ। ਜਿੱਥੇ ਇਹਦਾ ਸਮਾਂ ਘਟਾਇਆ ਉੱਥੇ ਹੀ ਨਾਲ ਨਾਲ ਜਿਹੜੀ ਮਜ਼ਦੂਰੀ ਸੀ ਇੱਕ ਮੁਸ਼ਤ ਤੋਂ ਤੈਅ ਕੀਤੀ ਕਿ ਇੰਨੇ ਘੰਟਿਆਂ ਦੀ ਇੰਨੀ ਮਜ਼ਦੂਰੀ ਦੇਣੀ ਪਊਗੀ। ਔਰ ਬਾਬਾ ਸਾਹਿਬ ਨੇ ਜਿਹੜਾ ਹੜਤਾਲ ਦਾ ਅਧਿਕਾਰ ਹੈ ਉਹ ਵੀ ਦਿੱਤਾ ਕਿ ਜੇ ਕੋਈ ਮਾਲਕ, ਫੈਕਟਰੀ ਮਾਲਕ ਤੁਹਾਡੀ ਨਹੀਂ ਸੁਣਦਾ ਤਾਂ ਤੁਹਾਨੂੰ ਉਹ ਵੀ ਜਿਹੜੀ ਆ ਗੱਲ ਜਿਹੜੀ ਆ ਤੁਹਾਨੂੰ ਪੂਰਨ ਅਧਿਕਾਰ ਆ, ਤੁਸੀਂ ਮੁਕੰਮਲ ਰੂਪ 'ਚ ਉਹਨੂੰ ਹੜਤਾਲ ਕਰ ਸਕਦੇ ਆ। ਔਰ ਦੂਸਰੀ ਗੱਲ, ਇਸ ਦੇਸ਼ ਦੇ ਵਿੱਚ ਜਿੰਨੇ ਵੀ ਡੈਮ ਬਣੇ ਆ, ਚਾਹੇ ਉਹ ਪੰਜਾਬ ਦਾ ਭਾਖੜਾ ਡੈਮ ਹੋਵੇ, ਚਾਹੇ ਹੋਰ ਡੈਮ ਹੋਣ, ਬਾਬਾ ਸਾਹਿਬ ਨੇ ਜਿਹੜੀ ਜਲ ਵਾਸਤੇ ਔਰ ਬਿਜਲੀ ਵਾਸਤੇ ਵੀ ਜਿਹੜੇ ਇਲੈਕਟ੍ਰੀਸ਼ਨ ਬੋਰਡ, ਕੇਂਦਰੀ ਬੋਰਡ ਸੀ, ਉਹਨਾਂ ਦੀ ਵੀ ਸਥਾਪਨਾ ਜਿਹੜੀ ਬਾਬਾ ਸਾਹਿਬ ਦੀਆਂ ਸਲਾਹਾਂ ਤੇ ਕੀਤੀ ਗਈ ਹੈ। ਹੋਰ ਬਹੁਤ ਸਾਰੇ ਕਾਰਜ ਨੇ ਜਿਹੜੇ ਬਾਬਾ ਸਾਹਿਬ ਨੇ ਕੀਤੇ ਨੇ। ਕਦੇ ਫਿਰ ਮੌਕਾ ਮਿਲਿਆ ਤਾਂ ਜ਼ਰੂਰ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ, ਕਿਉਂਕਿ ਬੁਲਾਰੇ ਹੋਰ ਵੀ ਨੇ। ਤੋ ਮੈਂ ਤੁਹਾਡੇ ਕੋਲੋਂ ਰਜ਼ਾ ਲੈਣੀ ਚਾਹਾਂਗਾ ਬਾਬਾ ਸਾਹਿਬ ਦੇ 127ਵੇਂ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ, ਔਰ ਪਿਛਲੇ ਦਿਨਾਂ 'ਚ ਜੋ ਘਟਨਾਵਾਂ ਹੋਈਆਂ ਉਹਦੇ ਬਾਰੇ ਇੱਕ ਗੱਲ ਕਹਾਂਗਾ ਕਿ ਜੇ ਵਕਤ ਅਵੱਲਾ ਆਇਆ, ਜੇ ਵਕਤ ਅਵੱਲਾ ਆਇਆ ਤਾਂ ਇਹ ਕਰ ਵੀ ਸਕਦੇ ਹਾਂ, ਕੌਮ ਲਈ ਮਾਰ ਵੀ ਸਕਦੇ ਹਾਂ, ਕੌਮ ਲਈ ਮਰ ਵੀ ਸਕਦੇ ਹਾਂ, ਕੌਮ ਲਈ ਮਾਰ ਵੀ ਸਕਦੇ ਹਾਂ, ਕੌਮ ਲਈ ਮਰ ਵੀ ਸਕਦੇ ਹਾਂ। ਜੈ ਭੀਮ, ਜੈ ਸਭਾ ਦੇ ਵਿੱਚ ਹਾਜ਼ਰੀ ਸਮੁੱਚੀ ਅੱਜ ਸਾਧ ਸੰਗਤ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦਾ 127ਵਾਂ ਜਨਮ ਦਿਹਾੜਾ ਮਨਾ ਰਹੀ ਸੰਗਤ ਦੇ ਵਿੱਚ ਹਾਜ਼ਰੀਨ ਜਿੰਨੇ ਵੀ ਸਮੁੱਚੀ, ਮੈਂ ਸ਼ਾਨ ਜੀ ਨੂੰ ਬੇਨਤੀ ਕਰਦਾ, ਸ਼੍ਰੀ ਪੀਡੀ ਸ਼ਾਨ ਜੀ ਔਰ ਬੀਬੀ ਹਰਦੇਵ ਕੌਰ ਸ਼ਾਨ ਜੀ, ਤੇ ਪਲੀਜ਼ ਇਹ ਵੇਟ ਕਰਕੇ ਜਾਣ ਤੇ ਇਹਨਾਂ ਤੋਂ ਬਾਅਦ ਇਹਨਾਂ ਨੂੰ ਸੁਣ ਕੇ ਇਸ ਸਮੁੱਚੀ ਸਾਧ ਸੰਗਤ ਦਾ ਧੰਨਵਾਦ ਕਰਨਗੇ ਬਹੁਜਨ ਸਮਾਜ ਪਾਰਟੀ ਵੱਲੋਂ। ਤੇ ਅੱਜ ਹਾਜ਼ਰੀਨ ਸੰਗਤ ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਰਵਿਦਾਸ ਮਹਾਰਾਜ ਕੀ। ਅੱਜ ਸਮੁੱਚੇ ਪੂਰੇ ਭਾਰਤ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਜਨਮ ਦਿਹਾੜੇ ਮਨਾ ਰਹੇ ਹਾਂ ਅਸੀਂ, ਔਰ ਸਾਨੂੰ ਲੋੜ ਹੈ ਉਹਨਾਂ ਦੇ ਜੋ ਪੂਰਨੇ ਪਾਏ ਤੇ ਉਹਨਾਂ ਦੇ ਚੱਲਣ ਤੇ ਖਾਸ ਕਰਕੇ ਅਸੀਂ ਪੜ੍ਹੋ ਜੁੜੋ ਸੰਘਰਸ਼ ਕਰੋ। ਤੇ ਅੱਜ ਸਾਥੀਓ ਮੈਂ ਦੱਸਣਾ ਚਾਹੁੰਦਾ ਹਾਂ, ਮੈਂ ਤਕਰੀਬਨ 10-12 ਸਾਲ ਤੋਂ ਐਜ਼ ਏ ਪਾਰਟੀ ਵਰਕਰ ਦੀ ਸੇਵਾ ਨਿਭਾ ਰਿਹਾ ਬਹੁਜਨ ਸਮਾਜ ਪਾਰਟੀ ਦੇ ਵਿੱਚ। ਇਹ ਤੇ ਸਿਰਫ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਾਹਿਬ ਉਹਨਾਂ ਦੀ ਬਦੌਲਤ ਮੈਂ ਇੱਕ ਬੈਕਵਰਡ ਔਰ ਗਰੀਬ ਕਿਰਤੀ ਵਰਗ ਦੇ ਵਿੱਚੋਂ ਤੁਹਾਡੇ ਤੱਕ ਮੈਂ ਪਹੁੰਚਿਆ। ਔਰ ਬਹੁਜਨ ਸਮਾਜ ਪਾਰਟੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਜੋ ਬਾਬਾ ਸਾਹਿਬ ਦਾ ਅੰਦੋਲਨ ਲੈ ਕੇ ਚੱਲੇ ਨੇ ਦੇਸ਼ ਦੇ ਵਿੱਚ, ਅੱਜ ਸਾਡੇ ਭੈਣ ਕੁਮਾਰੀ ਮਾਇਆਵਤੀ ਜੀ ਜੋ ਪੂਰੇ ਦੇਸ਼ ਦੇ ਵਿੱਚ ਬਹੁਜਨਾਂ ਦੀ ਜੋ ਬਾਂਹ ਫੜ ਕੇ ਚੱਲੀ ਹੈ, ਔਰ ਖਾਸ ਕਰਕੇ SC BC ਔਰ ਮਿਨੋਰਟੀ ਵਰਗ ਦੇ ਹੱਕਾਂ ਦੀ ਲੜਾਈ ਲੜ ਰਹੀ ਹੈ, ਉਸ ਦੇ ਸਿਰਫ ਬਹੁਜਨ ਸਮਾਜ ਪਾਰਟੀ ਹੈ। ਅੱਜ ਸਾਥੀਓ ਤੁਸੀਂ ਦੇਖਿਆ ਹੋਵੇਗਾ ਪਿਛਲੇ 30 ਮਾਰਚ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਭੈਣ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਬੰਦ ਦੇ ਵਿੱਚ ਅਸੀਂ ਪੂਰੀ ਸ਼ਿਰਕਤ ਕੀਤੀ, ਔਰ ਸਿਰਫ ਸਾਥੀਓ ਤੁਹਾਨੂੰ ਨੀਲਾ ਝੰਡਾ ਹੀ ਦਿਸਦਾ ਹੋਵੇ। ਕਿਸੇ ਵੀ ਪਾਰਟੀ ਨੇ, ਚਾਹੇ ਮੈਂ ਸਾਰੀਆਂ ਪਾਰਟੀਆਂ ਸਨਮਾਨਯੋਗ ਨੇ, ਪਰ ਕਿਸੇ ਨੇ ਵੀ ਸਾਡੇ ਦਲਤਾਂ ਦੇ ਹੱਕ ਨਹੀਂ ਫੜਿਆ। ਸਿਰਫ ਭੈਣ ਜੀ ਨੇ ਸਾਡੀ ਬਾਂਹ ਫੜੀ ਹੈ ਔਰ ਗਰੀਬਾਂ ਦੇ ਹੱਕਾਂ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ। ਕਿਉਂਕਿ ਸਾਥੀਓ ਬਹੁਤ ਲੰਮੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ, ਸਾਡੇ ਸਮਾਜ 'ਤੇ ਅਤਿਆਚਾਰ ਹੋ ਰਹੇ ਨੇ। ਅੱਜ ਵੀ ਸਾਥੀਓ ਮੈਂ ਬੜੇ ਦੁੱਖ ਨਾਲ ਕਹਿ ਰਿਹਾ ਕਿ ਜਿਵੇਂ ਵੀ ਸਾਡੇ ਕੋਰਟ ਕਚਹਿਰੀਆਂ ਦੇ ਵਿੱਚ ਮੇਰਾ ਸਮਾਜ, ਮੇਰਾ ਗਰੀਬ ਸਮਾਜ ਹੀ ਭਟਕਦਾ, ਔਰ ਅੱਜ ਚਾਹੇ ਜਿੰਨੇ ਵੀ ਮਨੂਵਾਦੀ ਲੋਕ ਨੇ ਇਹ ਸਾਥੀਓ ਕਿਸੇ ਥਾਣਿਆਂ 'ਚ ਕਚਹਿਰੀਆਂ 'ਚ ਤੁਹਾਨੂੰ ਨਜ਼ਰ ਨਹੀਂ ਆਉਣਗੇ। ਸਾਡਾ ਗਰੀਬ ਸਮਾਜ ਇੰਨਾ ਭੋਲਾ ਹੈ, ਜਿੰਨੇ ਵੀ ਲੀਡਰ ਆਉਂਦੇ ਨੇ ਆਪਣੀਆਂ ਗੱਲਾਂ ਰੱਖ ਕੇ ਨਾ ਤਾਂ ਇਹ ਬਾਬਾ ਸਾਹਿਬ ਦਾ ਲੈਣਗੇ, ਚਾਹੇ ਲੈਣਗੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ, ਸਾਡੇ ਗੁਰੂ ਰਵਿਦਾਸ ਮਹਾਰਾਜ ਦਾ,
ਸਾਡੇ ਭਗਵਾਨ ਵਾਲਮੀਕ ਮਹਾਰਾਜ ਦਾ, ਸਾਡੇ ਗੁਰੂ ਨਾਨਕ ਦਾ, ਔਰ ਪਰ ਆਪਣੀਆਂ ਗੱਲਾਂ ਰੱਖ ਕੇ ਸਾਡੇ ਸਮਾਜ ਨੂੰ ਭੋਲੇ ਭਾਲੇ ਨੂੰ ਗੁੰਮਰਾਹ ਕਰਕੇ ਆਪਣੀਆਂ ਰੋਟੀਆਂ ਸੇਕ ਕੇ ਚਲੇ ਜਾਂਦੇ। ਸਾਥੀਓ, ਮੈਂ ਦੱਸਣਾ ਚਾਹੁੰਦਾ, ਮੈਂ ਬਹੁਜਨ ਸਮਾਜ ਪਾਰਟੀ ਦਾ ਔਰ ਖਾਸ ਕਰਕੇ ਬਹੁਜਨਾਂ ਦਾ ਮੈਂ ਪਹਿਰੇਦਾਰ ਹਾਂ ਔਰ ਤੁਹਾਡਾ ਨਿਮਾਣਾ ਜਿਹਾ ਵਰਕਰ ਹਾਂ। ਸਾਥੀਓ, ਚਾਹੇ ਕਿਸੇ ਵੀ ਮੇਰੇ ਵੀਰ ਭੈਣ ਭਰਾ ਤੇ ਜਦ ਵੀ ਕੋਈ ਤਸ਼ੱਦਦ ਹੁੰਦਾ, ਸਭ ਤੋਂ ਪਹਿਲਾਂ ਅਸੀਂ ਅੱਗੇ ਹਿੱਕ ਡਾਹ ਕੇ ਮੋਰਚੇ ਸਾਹਮਣੇ, ਚਾਹੇ ਉਹ ਗਰੀਬ ਝੁੱਗੀਆਂ ਚਕਿੱਟੀ ਦੇ ਵਿੱਚ ਜਲੰਧਰ ਗਰੀਬ ਸਾਡੇ ਸਾਥੀ ਝੁੱਗੀਆਂ ਵਾਲੇ ਜਿਨ੍ਹਾਂ ਦੀ ਤਕਰੀਬਨ 3000 ਉਪਸਥਿਤੀ ਹੈ, ਉੱਥੇ ਪੂਰੇ ਸ਼ਹਿਰ ਦਾ ਗੰਦ ਸੁੱਟਿਆ ਜਾ ਰਿਹਾ ਸੀ। ਸਾਥੀਓ, ਮੈਂ ਪਾਕਿਸਤਾਨ ਦੀ ਬੱਸ ਘੇਰ ਲਈ ਸੀ, ਆਪਣੇ ਤੁਹਾਡੇ ਭੈਣਾਂ ਭਰਾਵਾਂ ਦੇ ਨਾਲ ਮਿਲ ਕੇ ਪਾਕਿਸਤਾਨ ਦੀ ਬੱਸ ਘੇਰ ਕੇ ਮੈਂ ਕਿਹਾ ਇਹਨਾਂ ਗਰੀਬਾਂ ਦੀ ਹੱਕ ਦੀ ਗੱਲ ਕੀਤੀ ਸੀ। ਉੱਥੇ ਸਟੇਡੀਅਮ ਬਣਿਆ ਹੈ, ਉੱਥੇ ਅੱਜ ਬਿਜਲੀ ਪਾਣੀ ਔਰ ਪੂਰੀ ਸੁਵਿਧਾ ਔਰ ਸ਼ਹਿਰ ਦਾ ਜੋ ਗੰਦ ਸੁੱਟਿਆ ਜਾ ਰਿਹਾ ਸੀ ਉਹ ਸਫਾਈ ਕਰਵਾਈ, ਕਿਉਂਕਿ ਉਹ ਵੀ ਸਾਡੇ ਇਨਸਾਨ ਨੇ, ਉਹ ਸਾਡੇ ਵੀਰ ਭਰਾ ਨੇ। ਜੇਕਰ ਅਸੀਂ ਉਸ ਤੋਂ ਬਾਅਦ ਚਾਹੇ ਢਿਲਮਾਂ ਤੋਂ ਬਾਅਦ ਸਾਥੀਓ ਸ਼ਹੀਦ ਤਰਾਣਾ ਵੱਡੇ ਵੱਡੇ ਲੰਮੇ ਚੌੜੇ ਬੜੀਆਂ ਉੱਚੀਆਂ ਉੱਚੀਆਂ ਆਵਾਜ਼ਾਂ 'ਚ ਭਾਸ਼ਣ ਦੇਣੇ ਬਹੁਤ ਸੌਖੇ ਨੇ। ਦਰਦ ਤਾਂ ਆਉਂਦਾ ਜਿਸ ਕਿਸੇ ਗਰੀਬ ਮਾਂ ਦਾ ਪੁੱਤ ਜਦੋਂ ਸ਼ਹੀਦ ਹੁੰਦਾ, ਉਸ ਭੈਣ ਦਾ ਵੀਰ ਸ਼ਹੀਦ ਹੁੰਦਾ, ਕਿਸੇ ਛੋਟੇ ਬੱਚੇ ਦਾ ਜਦ ਪਿਤਾ ਸ਼ਹੀਦ ਹੁੰਦਾ, ਉਸ ਘਰ ਨੂੰ ਪੁੱਛ ਕੇ ਦੇਖੋ ਅੱਜ ਇਰਾਕ ਦੇ ਵਿੱਚ ਸਾਡੇ ਜੋ ਬੱਚੇ ਗਵਾਣ ਗਏ ਸੀ, ਉਹਨਾਂ ਦੀਆਂ ਲਾਸ਼ਾਂ ਆਈਆਂ ਸੀ, ਉਹਨਾਂ ਦੇ ਬੱਚੇ, ਉਹਨਾਂ ਦਾ ਪਰਿਵਾਰ ਰੋ ਰੋ ਕੇ ਕਮਲਾ ਹੋ ਰਿਹਾ ਸੀ। ਸਾਥੀਓ, ਮੇਰਾ ਛੋਟਾ ਵੀਰ ਸੁਨੀਲ ਦੁੱਗਲ ਇੱਥੇ ਢਿਲਮਾਂ ਦੀ ਗੱਲ ਕਰਕੇ ਗਿਆ, ਉਹ ਸਾਡਾ ਜੋ ਸ਼ਹੀਦ ਬੱਚਾ ਵਿਜੇ ਕੁਮਾਰ ਸੀ, ਉਸ ਦੀ ਮਾਤਾ ਅੱਜ ਕਮਲੀਆਂ ਵਾਂਗੂ ਵਿਚਾਰੀ ਫਿਰਦੀ ਹੈ, ਰੋੜੀਆਂ ਚੁੱਕਦੀ ਹੈ। ਗੱਲ ਕਰਨਾ ਸਾਥੀਓ, ਜੋਸ਼ ਦੇ ਨਾਲ ਹੋਸ਼ ਦੀ ਗੱਲ ਕਰੋ, ਆਪਣੇ ਸਮਾਜ ਨੂੰ ਗੁੰਮਰਾਹ ਨਾ ਕਰੋ, ਕਿਉਂਕਿ ਸਮਾਜ ਸਾਡਾ ਹੁਣ ਜਾਗ ਚੁੱਕਾ ਹੈ। ਜੋ ਸਮੁੰਦਰ ਹੈ ਨਾ, ਜਦ ਉਸ ਵਿੱਚ ਤੂਫਾਨ ਆਉਂਦਾ, ਉਸ ਦੇ ਵਿੱਚ ਸ਼ਾਂਤ ਹੁੰਦੀ। ਅਸੀਂ ਸ਼ਾਂਤਮਈ ਢੰਗ ਦੇ ਨਾਲ ਪੂਰੇ ਇੱਕ ਮਨ ਇੱਕ ਚਿੱਤ ਹੋ ਕੇ ਆਪਣੀ ਸਮਾਜ ਦੀ ਰਾਖੀ ਕਰੀਏ। ਸਾਨੂੰ ਸੜਕਾਂ ਤੇ ਗੋਲੀਆਂ ਲਾਠੀਆਂ ਖਾਣ ਦੀ ਲੋੜ ਨਹੀਂ। ਸਾਥੀਓ, ਮੈਨੂੰ ਕੱਲ੍ਹ ਡੀਸੀ ਸਾਹਿਬ ਦਾ ਫੋਨ ਆਇਆ, ਤਕਰੀਬਨ ਕਹਿਣ ਲੱਗੇ ਤੁਹਾਡੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਹੰਗਾਮਾ ਕਰ ਦਿੱਤਾ। ਮੈਂ 5 ਮਿੰਟ ਦਾ ਸਮਾਂ ਦਿੱਤਾ, ਬੇਨਤੀ ਮੇਰੀ ਪ੍ਰਵਾਨ ਕਰ ਲਓ, ਲਾਠੀ ਚਾਰਜ ਵੀ ਹੋ ਜਾਣਾ ਹੈ ਔਰ ਉਸ ਤੋਂ ਬਾਅਦ ਗੋਲੀ ਦਾ ਆਰਡਰ ਵੀ ਹੋ ਜਾਣਾ। ਸਾਥੀਓ, ਮੈਂ ਔਨ ਸਪੋਰਟ ਆਪਣੇ ਸਾਥੀਆਂ ਮੇਰੇ ਇੱਥੇ ਜਗਦੀਸ਼ ਰਾਣਾ ਜੀ, ਪੀਡੀ ਸ਼ਾਨ ਜੀ, ਸਾਰੇ ਸਾਡੇ ਬਹੁਜਨ ਸਮਾਜ ਪਾਰਟੀ ਦੇ ਮੇਰੇ ਆਗੂ ਸਹਿਬਾਨ ਬੈਠੇ ਨੇ। ਮੈਂ ਇਹਨਾਂ ਨੂੰ ਨਾਲ ਜਾ ਕੇ ਉਹ ਬਾਬਾ ਸਾਹਿਬ ਅੰਬੇਦਕਰ ਚੌਂਕ ਦੇ ਵਿੱਚ ਆਪਣੇ ਬੱਚਿਆਂ ਨੂੰ ਬਾਹਰ ਫੜ ਕੇ ਕੱਢਿਆ, ਐਜੀਟੇਸ਼ਨ ਕਰਦੇ ਅਸੀਂ, ਉਹਨਾਂ ਨੂੰ ਮਨੂਵਾਦੀਆਂ ਨੂੰ ਗਾਲਾਂ ਵੀ ਕੱਢ ਲਈਆਂ, ਚੰਗਾ ਮਾੜਾ ਕਹਿ ਲਿਆ। ਹੁਣ ਸਾਨੂੰ ਐਜੀਟੇਸ਼ਨ ਤੋਂ ਬਾਅਦ ਕਾਨੂੰਨ ਹੱਥ 'ਚ ਨਹੀਂ ਲੈਣਾ ਚਾਹੀਦਾ, ਕਿਉਂਕਿ ਸਾਥੀਓ ਅਸੀਂ ਬਾਬਾ ਸਾਹਿਬ ਨੂੰ ਮੰਨਣ ਵਾਲੇ ਆ। ਬਾਬਾ ਸਾਹਿਬ ਨੇ ਸੰਵਿਧਾਨ ਰਚਿਆ, ਬਾਬਾ ਸਾਹਿਬ ਦੇ ਸੰਵਿਧਾਨ ਦੇ ਨਾਲ ਛੇੜਖਾਨੀ ਨਹੀਂ ਕਰਨ ਦੇਵਾਂਗੇ। ਉਸ ਲਈ ਸਭ ਤੋਂ ਪਹਿਲਾਂ ਜੇ ਕੁਰਬਾਨੀ ਦੇਣ ਦੀ ਲੋੜ ਪਈ, ਚਾਹੇ ਗੋਲੀਆਂ ਪੈਂਦੀਆਂ ਹੋਣ, ਲਾਠੀਆਂ ਪੈਂਦੀਆਂ ਹੋਣ, ਤੁਹਾਡਾ ਇਹ ਬੱਚਾ, ਤੁਹਾਡਾ ਭਰਾ ਸਭ ਤੋਂ ਮੋਹਰੇ ਹੋਊਗਾ। ਕਿਉਂਕਿ ਸਾਥੀਓ, ਹਮੇਸ਼ਾ ਹੀ ਚਾਹੇ ਉਹ ਸਾਡੇ ਅਧਿਕਾਰੀ ਵਰਗ ਪੁਲਿਸ ਵਿੱਚ ਵੀ ਸਾਡੇ ਭਰਾ, ਸਾਡੇ ਵੀਰ, ਸਾਡੇ ਬਜ਼ੁਰਗ ਬੈਠੇ ਨੇ, ਉਹ ਵੀ ਸਾਡੇ ਸਾਥੀ ਨੇ। ਸਭ ਤੋਂ ਵੱਧ ਸਾਥੀਓ ਸਾਡਾ ਪਰਿਵਾਰ ਜਿੰਨਾ ਵੀ ਹੈ, ਅਸੀਂ ਚਾਹੁੰਦੇ ਸਭ ਤੋਂ ਪਹਿਲਾਂ ਆਪਾਂ ਪਰਿਵਾਰ ਤੋਂ ਲੋਕ ਸੇਵਾ ਸ਼ੁਰੂ ਕਰੀਏ। ਜੇਕਰ ਸਾਡੇ ਬੱਚੇ ਵਿਕਦੇ ਰਹੇ, ਸਾਡੇ ਬੱਚੇ ਕਿਤਾਬਾਂ ਤੋਂ ਮੁਹਤਾਜ ਰਹੇ, ਉਹ ਵਿਚਾਰੇ ਆਪਣੇ ਜੋ ਸ਼ੌਕ ਹੈ ਬੱਚਿਆਂ ਦੇ ਉਹ ਨਾ ਪੂਰੇ ਕਰ ਸਕੇ, ਅਸੀਂ ਸਮਾਜ ਸੇਵਾ ਕੀ ਕਰ ਲੈਣੀ। ਔਰ ਅਸੀਂ ਵੱਡੇ ਵੱਡੇ ਕਾਫਲਿਆਂ ਦੇ ਵਿੱਚ, ਵੱਡੇ ਵੱਡੇ ਸਮਾਗਮਾਂ ਦੇ ਵਿੱਚ ਜਿੰਨੇ ਵੀ ਸਾਡੇ ਜੋ ਆਗੂ ਨੇ ਬੋਲ ਕੇ ਔਰ ਭੜਕਾਊ ਭਾਸ਼ਣ ਦੇ ਕੇ ਚਲੇ ਜਾਂਦੇ, ਪਿੱਛੇ ਮਾਵਾਂ ਦੇ ਪੁੱਤ ਮਰਵਾ ਦਿੰਦੇ ਅਸੀਂ। ਸਾਥੀਓ, ਭੈਣਾਂ ਦੇ ਵੀਰ ਜੋ ਆ ਉਹਨਾਂ ਨੂੰ ਅਸੀਂ ਕਤਲ ਕਰਾ ਦਿੰਦੇ ਹਾਂ। ਮੈਂ ਕਹਿੰਦਾ ਅੱਜ ਸਿਰਫ ਸਾਨੂੰ ਤਲਵਾਰ ਦੀ ਲੜਾਈ ਨਹੀਂ, ਗੋਲੀ ਦੀ ਲੜਾਈ ਨਹੀਂ, ਕਲਮ ਦੀ ਔਰ ਵੋਟ ਦੀ ਲੜਾਈ ਲੜਨੀ ਪੈਣੀ। ਅਸੀਂ ਆਪਣੀ ਵੋਟ ਦਾ ਜੇ ਸਹੀ ਇਸਤੇਮਾਲ ਕਰੀਏ, ਚਾਹੇ ਉਹ ਕੋਈ ਵੀ ਪਾਰਟੀ ਹੋਵੇ, ਉਹਨਾਂ ਨੂੰ ਸਾਰਿਆਂ ਨੂੰ ਸਾਡਾ ਵੈਲਕਮ ਆ। ਪਰ ਸਿਰਫ ਤੇ ਸਿਰਫ ਜੋ ਬਹੁਜਨਾਂ ਦੇ ਹੱਕ ਦੇ ਲਈ ਜੋ ਸੰਘਰਸ਼ ਕਰ ਰਹੀ ਹੈ, ਅੱਜ ਸਾਡੇ ਦਲਿਤਾਂ ਦੀ ਇੱਕੋ ਇੱਕ, ਮੈਂ ਤੁਹਾਨੂੰ ਇੱਕ ਕੁਐਸਚਨ ਕਰਦਾ, ਪ੍ਰਸ਼ਨ ਕਰਦਾ, ਤੁਸੀਂ ਦੱਸ ਸਕਦੇ ਹੋ ਅੱਜ ਦਲਿਤਾਂ ਦੀ ਕੋਈ ਸਾਡੀ ਕੋਈ ਦੇਸ਼ ਦੇ ਵਿੱਚ ਸਾਡਾ ਕੋਈ ਲੀਡਰ ਹੈ? ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਔਰ ਇਹ ਕੁਐਸਚਨ ਕਰਦਾ, ਕੋਈ ਸਾਡੇ ਦਲਿਤਾਂ ਦੇ ਮੈਂ ਬਲਵਿੰਦਰ ਬੰਗਾ ਕੋਟਕਲਾਂ
ਅੱਜ ਨਗਰ ਕੋਟਕਲਾਂ ਵਿਖੇ ਸਾਹਿਬ ਡਾਕਟਰ BR ਅੰਬੇਡਕਰ ਜੀ ਮਹਾਰਾਜ ਜੀ ਦਾ 127ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ ਔਰ ਮੈਂ ਕਾਂਚੀ TV ਦੇ ਮਾਧਿਅਮ ਤੋਂ ਸਾਰੀ ਸੰਗਤ ਨੂੰ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਬਾਬਾ ਸਾਹਿਬ ਜੀ ਦੇ 127ਵੇਂ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਔਰ ਮੈਂ ਕਾਂਚੀ TV ਦੇ ਮਾਧਿਅਮ ਤੋਂ ਇਹ ਅਪੀਲ ਵੀ ਕਰਨੀ ਚਾਹੁੰਦਾ ਕਿ ਜੋ ਅਗਲਾ ਸਮਾਂ ਆ ਰਿਹਾ ਹੈ ਬੜਾ ਭਿਆਨਕ ਸਮਾਂ ਹੈ। ਇਸ ਵਿੱਚ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਇਕੱਠ ਦੀ ਲੋੜ ਹੈ, ਇਕੱਠੇ ਹੋਣ ਦੀ ਲੋੜ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਕਿ ਮਨੂਵਾਦੀ ਤਾਕਤਾਂ ਵੱਲੋਂ RSS ਦੀ ਸ਼ਹਿ ਤੇ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਸ ਨੇ ਸਾਡੇ ਬਾਬਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਸੁਪਰੀਮ ਕੋਰਟ ਨੇ ਇਸ SC ST ਐਕਟ ਨੂੰ ਕਮਜ਼ੋਰ ਕਰਨ ਵਾਸਤੇ ਉਹਨਾਂ ਨੇ ਇੱਕ ਜੋ ਫੈਸਲਾ ਜੱਜਮੈਂਟ ਦਿੱਤੀ ਹੈ, ਇਸ ਦੇ ਖਿਲਾਫ ਜੋ ਸਾਡਾ ਬਹੁਜਨ ਸਮਾਜ ਰਲ ਕੇ ਜੋ 2 ਅਪ੍ਰੈਲ ਨੂੰ ਸੜਕਾਂ ਤੇ ਉਤਰਿਆ ਔਰ ਇਹ ਸਾਰੇ ਭਾਰਤ ਬੰਦ ਦੇ ਸੱਦੇ ਤੇ, ਜਿਸ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਵੀ ਬੰਦ ਦਾ ਸੱਦਾ ਦਿੱਤਾ ਸੀ ਔਰ ਬਹੁਜਨ ਸਮਾਜ ਪਾਰਟੀ ਔਰ ਜਿੰਨਾ ਵੀ ਦਲਿਤ ਸਮਾਜ ਸੀ ਔਰ ਵਾਲਮੀਕ ਸਮਾਜ ਸੀ, ਰਵਿਦਾਸੀਆ ਸਮਾਜ ਸੀ, ਉਹ ਸਾਰੇ ਭਾਰਤ ਬੰਦ ਦੇ ਵਿੱਚ ਸ਼ਾਮਲ ਹੋਇਆ। ਇਹ ਇਤਿਹਾਸ ਦੇ ਵਿੱਚ ਪਹਿਲੀ ਘਟਨਾ ਹੋਈ ਕਿ ਸਾਰਾ ਭਾਰਤ ਉਹ ਬੰਦ ਹੋਇਆ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਵਰਲਡ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਦਲਿਤਾਂ ਦੇ ਵੱਲੋਂ ਜੋ ਬੰਦ ਦੀ ਕਾਲ ਕੀਤੀ ਗਈ ਸੀ, ਸਾਰਾ ਭਾਰਤ ਇੱਕ ਬਹੁਤ ਵੱਡੀ ਸ਼ਕਤੀ ਜੋ ਭਾਰਤ ਇੱਕ ਠੱਪ ਹੋ ਕੇ ਰਹਿ ਗਿਆ। ਸੋ ਮੈਂ ਕਾਂਚੀ TV ਦੇ ਮਾਧਿਅਮ ਤੋਂ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦੇ ਨਾਲ ਇਹ ਅਪੀਲ ਵੀ ਕਰਦਾ ਹਾਂ ਕਿ ਸਾਨੂੰ ਦਲਿਤ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ, ਕਿਉਂਕਿ ਜੋ ਅਗਲਾ ਸਮਾਂ ਹੈ ਬਹੁਤ ਹੀ ਭਿਆਨਕ ਆ ਰਿਹਾ ਹੈ। ਕਿਉਂਕਿ ਆ ਦੇਖੋ ਤੁਸੀਂ ਹਰ ਰੋਜ਼ ਨਵੀਂ ਤੋਂ ਨਵੀਂ ਘਟਨਾ ਹੋ ਰਹੀ ਹੈ। ਜਿਸ ਤਰ੍ਹਾਂ ਕੱਲ ਫਗਵਾੜੇ ਦੇ ਵਿੱਚ ਘਟਨਾ ਵਾਪਰੀ, ਸੰਵਿਧਾਨ ਚੌਂਕ ਜੋ ਚੌਂਕ ਦਾ ਨਾਮ ਰੱਖਣਾ ਸੀ ਉਹ ਕਿਸੇ ਨਿੱਜੀ ਤੌਰ ਤੇ ਕਿਸੇ ਇਨਸਾਨ ਦੇ ਨਾਂ ਤੇ ਨਹੀਂ ਸੀ ਰੱਖਣਾ, ਉਹ ਬਾਬਾ ਸਾਹਿਬ ਦੇ ਸੰਵਿਧਾਨ ਦੇ ਨਾਂ ਤੇ ਇਹ ਚੌਂਕ ਦਾ ਨਾਂ ਰੱਖਣਾ ਸੀ। ਉਸ ਦਾ ਜੋ ਤਕਲੀਫ ਹੈ ਉਹ ਪ੍ਰਸ਼ਾਸਨ ਨੂੰ ਤਾਂ ਹੋ ਸਕਦੀ ਸੀ ਪਰ ਕਿਸੇ ਨਿੱਜੀ ਵਿਅਕਤੀ ਨੂੰ ਨਹੀਂ ਸੀ ਹੋ ਸਕਦੀ। ਉਹ ਨਿੱਜੀ ਵਿਅਕਤੀ ਨੇ ਜੋ ਗੋਲੀ ਚਲਾਈ ਉਸ ਦੇ ਵਿੱਚ ਸਾਡੇ ਨੌਜਵਾਨ ਬਹੁਜਨ ਦੇ ਜ਼ਖਮੀ ਹੋਏ। ਸੋ ਮੈਂ ਕਾਂਚੀ TV ਦੇ ਮਾਧਿਅਮ ਤੋਂ ਅਪੀਲ ਕਰਨੀ ਚਾਹੁੰਦਾ ਕਿ ਅਗਲਾ ਜੋ ਸਮਾਂ ਹੈ ਉਹ ਬੜਾ ਭਿਆਨਕ ਹੈ, ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਉਸ ਦੇ ਨਾਲ ਮੈਂ ਬਾਬਾ ਸਾਹਿਬ ਜੀ ਦੇ 127ਵੇਂ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ, ਕੁੱਲ ਆਲਮ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਔਰ ਬਾਬਾ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਸਾਨੂੰ ਤਦ ਹੀ ਫਾਇਦਾ ਹੈ ਜਾਂ ਅਸੀਂ ਉਹਨਾਂ ਦੇ ਜੋ ਦੱਸੇ ਹੋਏ ਨਕਸ਼ੇ ਕਦਮ ਤੇ ਉਹਨਾਂ ਦੇ ਜੋ ਕੀਤੇ ਹੋਏ ਸਾਡੇ ਸਮਾਜ ਪ੍ਰਤੀ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੇ ਦੱਸੇ ਹੋਏ ਨਕਸ਼ੇ ਕਦਮਾਂ ਤੇ ਚੱਲੀਏ। ਇੰਨਾ ਕਹਿੰਦਾ ਹੋਇਆ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਗਿੱਦੜਾਂ ਦੀਆਂ ਲੱਖਾਂ ਫੌਜਾਂ ਲਈ ਇੱਕ ਕੱਲਾ ਸ਼ੇਰ ਹੀ ਕਾਫੀ ਏ, ਉਹਨੂੰ ਲੋੜ ਨਹੀਂ ਤਲਵਾਰਾਂ ਦੀ, ਉਹਨੂੰ ਲੋੜ ਨਹੀਂ ਹਥਿਆਰਾਂ ਦੀ, ਜਿਹਦੇ ਹੱਥ ਕਲਮ ਤੇ ਕਾਪੀ ਏ, ਜਿਹਦੇ ਹੱਥ ਕਲਮ ਤੇ ਕਾਪੀ ਏ। ਜਿਹੜੇ ਦਲਿਤਾਂ ਨੂੰ ਮਿਲੇ ਅਧਿਕਾਰ ਨੇ, ਬਾਬਾ ਸਾਹਿਬ ਜੀ ਦੇ ਭਾਰੀ ਉਪਕਾਰ ਨੇ, ਜਿਹੜੇ ਦਲਿਤਾਂ ਨੂੰ ਮਿਲੇ ਅਧਿਕਾਰ ਨੇ, ਬਾਬਾ ਸਾਹਿਬ ਜੀ ਦੇ ਭਾਰੀ ਉਪਕਾਰ
ਉਹਨੂੰ ਲੋੜ ਨਹੀਂ ਹਥਿਆਰਾਂ ਦੀ, ਜਿਹਦੇ ਹੱਥ ਕਲਮ ਤੇ ਕਾਪੀ ਏ, ਜਿਹਦੇ ਹੱਥ ਕਲਮ ਤੇ ਕਾਪੀ